ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਤੇ ਆਵੋ ਜੀ, ਹਿਰਦੇ ਤੇ ਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਏਕ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸਤਿਗੁਰੂ ਹਰਗੋਬਿੰਦ ਜੀ ਦੁਰਗ ਗਵਾਲੀਅਰ ਛੋਰ। ਖਾਂ ਵਜੀਰ ਕੋ ਸੰਗ ਲੈ ਗਮਨੇ ਦਿੱਲੀ ਔਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ, ਆਪ ਵਡਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਂ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਰਠ ਸਾਹਿਬ ਵਿਖੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਹਾਸ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਜੀ। ਕੱਲ ਰੋਜ਼ ਤੱਕ ਇਤਿਹਾਸਕ ਸਾਖੀ ਇੱਥੋਂ ਤੱਕ ਸਰਵਣ ਕਰ ਆਏ ਹੋ ਕਿ ਵਜ਼ੀਰ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਿਆ। ਆਖਰ ਬਾਦਸ਼ਾਹ ਦਾ ਸੁਨੇਹਾ ਦਿੱਤਾ ਕਿ ਜਿਤਨੇ ਵੀ ਰਾਜੇ ਸਤਿਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਆ ਸਕਦੇ ਹਨ ਉਹ ਰਿਹਾ ਹੋ ਜਾਵਣਗੇ, ਬਾਕੀ ਦੇ ਜਿਹੜੇ ਹਨ ਉਹ ਕੈਦ ਦੇ ਵਿੱਚ ਹੀ ਰਹਿਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਵਰਤਾਇਆ। 50 ਕਲੀਆਂ ਵਾਲਾ ਕਵੀ ਜੀ ਦੇ ਅਨੁਸਾਰ ਇੱਕ ਚੋਲਾ ਸਵਾਇਆ ਹੈ ਤੇ ਜਿਹੜੇ ਰਾਜੇ ਹਨ ਉਹਨਾਂ ਨੇ ਫਿਰ ਇੱਕ ਇੱਕ ਕਲੀ ਫੜ ਲਈ, ਤਣੀ ਫੜ ਲਈ। 2 ਰਾਜੇ ਖਾਲੀ ਰਹਿ ਗਏ ਤਾਂ ਜਿਸ ਦੇ ਨਾਲ ਚੋਲਾ ਪਹਿਨਣ ਵੇਲੇ ਚੋਲੇ ਨੂੰ ਬੰਨਿਆ ਸੀ, ਸਾਹਮਣੇ ਜੋ ਤਣੀਆ ਸੀ, ਸਤਿਗੁਰੂ ਜੀ ਨੇ ਉਹਨਾਂ 2 ਰਾਜਿਆਂ ਨੂੰ ਪਕੜਾ ਦਿੱਤੀਆਂ ਤੇ 52 ਦੇ 52 ਜਿਹੜੇ ਰਾਜੇ ਸੀ ਸਤਿਗੁਰੂ ਜੀ ਦੇ ਨਾਲ
ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕਰ ਬਾਹਰ ਆਉਂਦੇ ਹਨ। ਅਨੇਕਾਂ ਲੋਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਸਤਿਗੁਰੂ ਜੀ ਦੀ ਵਡਿਆਈ ਕਰ ਰਹੇ ਕਿ ਵੇਖੋ, ਇਹ ਜਿਹੜਾ ਗਵਾਲੀਅਰ ਦਾ ਕਿਲਾ ਸੀ ਇਸ ਪ੍ਰਕਾਰ ਦਾ ਸੀ ਕਿ ਜਿਹੜਾ ਇੱਕ ਵਾਰ ਇਸ ਦੇ ਵਿੱਚ ਕੈਦ ਹੋ ਜਾਵੇ ਜਿਉਂਦੇ ਜੀ ਬਾਹਰ ਨਹੀਂ ਨਿਕਲ ਸਕਦਾ ਸੀ। ਪਰ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਆਪਣੇ ਨਾਲ ਇਹਨਾਂ ਨੇ ਉਹਨਾਂ 52 ਰਾਜਿਆਂ ਨੂੰ ਵੀ ਰਿਹਾ ਕਰਵਾਇਆ ਹੈ, ਜਿਨ੍ਹਾਂ ਨੇ ਜਿਉਣ ਦੀ ਆਸ ਤੇ ਰਿਹਾ ਹੋਣ ਦੀ ਆਸ ਛੱਡ ਦਿੱਤੀ ਸੀ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਨ ਤੇ ਦੁਨੀਆ ਦੇ ਵਿੱਚ ਸਹਾਇਤਾ ਕਰਨ ਵਾਲੇ ਲੋਕ ਤੇ ਪਰਲੋਕ ਦੇ ਸਹਾਇਕ ਹਨ। ਸੋ ਇਹਨਾਂ ਦੇ ਚਰਨੀ ਲੱਗਿਆ ਜਾਵੇ ਤਾਂ ਕਿ ਇਸ ਲੋਕ ਦੇ ਵਿੱਚ ਵੀ ਇਹ ਸਹਾਇਤਾ ਕਰਨ ਤੇ ਮਰਨ ਤੋਂ ਉਪਰੰਤ ਪਰਲੋਕ ਦੇ ਵਿੱਚ ਵੀ ਹਰ ਪ੍ਰਕਾਰ ਦੀ ਸਹਾਇਤਾ ਕਰਨ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਆਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਵਜ਼ੀਰ ਖਾਨ ਤੇ ਸਤਿਗੁਰੂ ਜੀ ਘੋੜਿਆਂ ਤੇ ਸਵਾਰ ਹੋ ਕਰ ਗਵਾਲੀਅਰ ਦੇ ਕਿਲੇ ਤੋਂ ਚੱਲਦੇ ਹਨ ਤੇ ਰਾਜੇ ਦੁਰਗਾਦਾਸ ਜਿਹੜਾ ਕਿਲੇ ਦਾ ਮਾਲਕ ਸੀ, ਕਹਿ ਸਕਦੇ ਹਾਂ ਮਹਿਪਾਲ ਸੀ, ਉਸ ਦੇ ਨਾਲ ਹਰਦਾਸ ਦੇ ਨਾਲ ਚੱਲ ਕਰ ਫਿਰ ਉਹ ਵੀ ਤੁਰਦੇ ਹਨ ਦਿੱਲੀ ਵਾਲੇ ਪਾਸੇ ਨੂੰ। ਇਥੋਂ ਤੱਕ ਦਾ ਜਿਹੜਾ ਇਤਿਹਾਸ ਹੈ ਕੱਲ ਰੋਜ਼ ਤੱਕ ਆਪ ਸਭ ਸੰਗਤਾਂ ਸਰਵਣ ਕਰ ਆਏ ਹੋ। ਆਓ ਮਨ ਬਿਰਤੀ ਇਕਾਗਰ ਕਰਕੇ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਆਉਣ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਹਿਰਦਿਆਂ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸਤਿਗੁਰੂ ਹਰਗੋਬਿੰਦ ਜੀ ਦੁਰਗ ਗਵਾਲੀਅਰ ਛੋਰ। ਗੁਰੂ ਸਵਾਰੀ ਸੰਗਤ ਜੀਓ, ਕਵੀ ਜੀ ਲਿਖਦੇ ਹਨ ਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਨੂੰ ਛੱਡ ਦਿੱਤਾ ਹੈ। ਖਾਂ ਵਜ਼ੀਰ ਕੋ ਸੰਗ ਲੈ ਗਮਨੇ ਦਿੱਲੀ ਔਰ। ਤੇ ਵਜ਼ੀਰ ਖਾਨ ਨੂੰ ਨਾਲ ਲੈ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਿੱਲੀ ਵੱਲ ਨੂੰ ਚੱਲ ਪੈਂਦੇ ਹਨ। ਚੌਪਈ ਕਾਰਾਗ੍ਰਹਿ ਤੇ ਨ੍ਰਿਪ ਨਿਕਸਾਏ। ਕੈਦਖਾਨੇ ਦੇ ਵਿੱਚੋਂ ਰਾਜੇ ਬਾਹਰ ਕਢਵਾ ਦਿੱਤੇ ਹਨ। ਸੋ ਹਰਦਾਸ ਸਾਥ ਗਮਨਾਏ। ਤਾਂ ਉਹ ਕਿਲੇ ਦੇ ਦਰੋਗੀ ਹਰਦਾਸ ਦੇ ਨਾਲ ਤੋਰ ਦਿੱਤੇ ਹਨ। ਅਧਿਕ ਆਨੰਦਿਤ ਕਰਤ ਉਚਾਰੀ। ਰਾਜਿਆਂ ਨੇ ਬਹੁਤ ਖੁਸ਼ੀ ਧਾਰਨ ਕੀਤੀ ਹੈ। ਧੰਨ ਧੰਨ ਗੁਰ ਪਰ ਉਪਕਾਰੀ। ਆਖਦੇ ਹਨ ਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਧੰਨ ਹਨ ਤੇ ਬੜੇ ਹੀ ਪਰ ਉਪਕਾਰੀ ਹਨ। ਸੋ ਜਸ ਉਚਾਰਤ ਜਹ ਕਹਿ ਗੁਰ ਕੋ। ਸਾਰੇ ਥਾਵਾਂ ਦੇ ਉੱਪਰ ਜਿੱਥੇ ਜਿੱਥੇ ਵੀ ਉਹ ਰਾਜੇ ਪਹੁੰਚਦੇ ਪਏ ਸਤਿਗੁਰੂ ਜੀ ਦੀ ਉਸਤਤ ਵਡਿਆਈ ਕਰਦੇ ਹਨ। ਚੱਲੇ ਆਏ ਸਭ ਦਿੱਲੀ ਪੁਰ ਕੋ। ਤੇ ਸਾਰੇ ਹੀ ਚਲਦੇ ਚਲਦੇ ਦਿੱਲੀ ਨਗਰ ਨੂੰ ਆ ਰਹੇ ਹਨ। ਸ੍ਰੀ ਹਰਗੋਬਿੰਦ ਮਾਰਗ ਸਾਰੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸਾਰੇ ਮਾਰਗ ਨੂੰ ਉਲੰਘਤ ਕੀਨਸ ਸ਼ੀਘਰ ਪਧਾਰੇ। ਬੜੀ ਹੀ ਛੇਤੀ ਦੇ ਨਾਲ ਤੈਅ ਕਰਦੇ ਕਿਉਂਕਿ ਘੋੜਿਆਂ ਤੇ ਸਵਾਰ ਹਨ ਤਾਂ ਉਹ ਦਿੱਲੀ ਪਹੁੰਚ ਜਾਂਦੇ ਹਨ। ਆਏ ਟਿਕੇ ਮਜਨੂ ਅਸਥਾਨਾ। ਤੇ ਆਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਜਨੂ ਦੇ ਟਿੱਲੇ ਦੇ ਅਸਥਾਨ ਤੇ ਆਕਰ ਟਿਕਾਣਾ ਕਰਦੇ ਹਨ। ਖਾਂ ਵਜ਼ੀਰ ਢਿਗ ਸ਼ਾਹ ਪਿਆਨਾ। ਤੇ ਉਧਰ ਵਜ਼ੀਰ ਖਾਨ ਬਾਦਸ਼ਾਹ ਜਹਾਂਗੀਰ ਦੇ ਕੋਲ ਚਲਿਆ ਜਾਂਦਾ ਹੈ। ਨਮਰ ਭਇਓ ਬਹੁ ਕਰੀ ਸਲਾਮ। ਵਜ਼ੀਰ ਖਾਨ ਨੇ ਬਹੁਤ ਹੀ ਨਿਮਰ ਹੋ ਕਰ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਬੋਲਿਓ ਹਜ਼ਰਤ ਲੈ ਇਸ ਨਾਮ। ਤਾਂ ਬਾਦਸ਼ਾਹ ਵਜ਼ੀਰ ਖਾਨ ਦਾ ਨਾਮ ਲੈ ਕਰ ਬੋਲਿਆ ਹੈ। ਕਰਤੇ ਰਹੇ ਪ੍ਰਤੀਖਨ ਤੇਰੀ। ਬਾਦਸ਼ਾਹ ਆਖਦਾ ਕਿ ਵਜ਼ੀਰ ਖਾਨ ਅਸੀਂ ਤੇਰੀ ਉਡੀਕ ਕਰ ਰਹੇ ਹਾਂ। ਮੁਖ ਪ੍ਰਸੰਨ ਦੀਖਤ ਇਸ ਬੇਰੀ। ਇਸ ਵਾਰ ਜਦੋਂ ਤੂੰ ਆਇਆ ਹੈ ਨਾ ਤਾਂ ਤੇਰਾ ਜਿਹੜਾ ਮੁਖ ਹੈ ਬੜਾ ਹੀ ਖੁਸ਼ ਦਿਖਾਈ ਦੇ ਰਿਹਾ ਹੈ। ਗੁਰੂ ਸੰਗ ਆਇਓ ਕਹਿ ਨਾਹੀ। ਗੁਰੂ ਜੀ ਤੇਰੇ ਨਾਲ ਆਏ ਹਨ ਕਿ ਨਹੀਂ ਆਏ ਹਨ। ਅਬਿਲਾਖਤ ਬਹੁ ਚਿਤ ਕੇ ਮਾਹੀ। ਮੇਰੇ ਚਿਤ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ
ਬਹੁਤ ਹੀ ਅਭਿਲਾਸ਼ਾ ਹੈ। ਸੁਨ ਵਜੀਰ ਖਾਂ ਬਾਕ ਬਖਾਨਾ, ਇਹ ਸੁਣ ਕਰ ਵਜ਼ੀਰ ਖਾਨ ਨੇ ਬਚਨ ਉਚਾਰਨ ਕੀਤੇ ਹਨ। ਮਦਦ ਖੁਦਾਏ ਆਪ ਕੀ ਜਾਨਾ, ਕਿ ਬਾਦਸ਼ਾਹ ਜੀਓ ਖੁਦਾ ਨੇ ਆਪ ਜੀ ਦੀ ਮਦਦ ਕਰਨੀ ਜਾਣ ਲਈ ਹੈ। ਹਾਸਲ ਹੋਏ ਮੁਰਾਦ ਤੁਹਾਰੀ, ਤੁਹਾਨੂੰ ਤੁਹਾਡੇ ਮਨ ਦੀ ਮੁਰਾਦ ਪ੍ਰਾਪਤ ਹੋ ਗਈ ਹੈ। ਆਏ ਥਰੀ ਸਤਿਗੁਰ ਅਸਵਾਰੀ, ਸਤਿਗੁਰੂ ਜੀ ਦੀ ਅਸਵਾਰੀ ਆਕਰ ਸਥਿਤ ਹੋ ਗਈ ਹੈ। ਮਜਨੂ ਕੇ ਸਥਾਨ ਸੁਹਾਏ, ਗੁਰੂ ਜੀ ਮਜਨੂ ਦੇ ਟਿੱਲੇ ਦੇ ਸਥਾਨ ਤੇ ਸੁਭਾਏ ਮਨ ਹੋਏ ਹਨ। ਸੁਧ ਦਾ ਬੇਹਿਤ ਮੋਹ ਪਠਾਏ, ਅਤੇ ਮੈਨੂੰ ਖਬਰ ਦੇਣ ਵਾਸਤੇ ਆਪ ਜੀ ਦੇ ਕੋਲ ਭੇਜਿਆ ਹੈ। ਜਬ ਅਵਸਰ ਜੋ ਵੋ ਬੁਲਵਾਵਨ, ਜਦੋਂ ਗੁਰੂ ਜੀ ਨੂੰ ਬੁਲਾਉਣ ਦਾ ਮੌਕਾ ਵੇਖਦੇ ਹੋ, ਧਰ ਸ਼ਰਧਾ ਲਿਹੁ ਦਰਸ਼ਨ ਪਾਵਨ, ਤਾਂ ਸ਼ਰਧਾ ਧਾਰਨ ਕਰਕੇ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰ ਲੈਣਾ ਹੈ। ਸੁਨਤ ਸ਼ਾਹੋ ਹਰ ਕਿਉ ਤਿਹ ਸਮੈ, ਉਸ ਵੇਲੇ ਇਹ ਸੁਣ ਕਰ ਬਾਦਸ਼ਾਹ ਬਹੁਤ ਖੁਸ਼ ਹੋਇਆ ਹੈ। ਤਰ ਕੁਮਲਾਵਤ ਮਿਲ ਜਲ ਜਿਮੈ, ਕਵੀ ਜੀ ਲਿਖਦੇ ਜਿਵੇਂ ਮੁਰਝਾਏ ਹੋਏ ਰੁੱਖ ਨੂੰ ਪਾਣੀ ਪ੍ਰਾਪਤ ਹੋ ਗਿਆ ਹੋਵੇ, ਸਤਿਗੁਰੂ ਜੀ ਦੇ ਆਉਣ ਦੀ ਖਬਰ ਸੁਣ ਕਰ ਬਾਦਸ਼ਾਹ ਖੁਸ਼ ਹੋਇਆ ਹੈ। ਨਿਜ ਸਿਰ ਤੇ ਅਬ ਫਰਜ਼ ਉਤਾਰਾਂ, ਸੋਚਦਾ ਹੈ ਬਾਦਸ਼ਾਹ ਕਿ ਹੁਣ ਮੈਂ ਆਪਣੇ ਸਿਰ ਤੋਂ ਫਰਜ਼ ਉਤਾਰ ਲਵਾਂਗਾ। ਹੋਏ ਨ ਤਰਾਸ ਪ੍ਰਸੰਨਤਾ ਧਾਰੋ, ਮੈਨੂੰ ਕੋਈ ਵੀ ਡਰ ਨਹੀਂ ਹੋਵੇਗਾ ਤੇ ਮੈਂ ਖੁਸ਼ੀ ਧਾਰਨ ਕਰ ਲਵਾਂਗਾ। ਕਹਿਤ ਪਇਓ ਇਹ ਅਵਸਰ ਆਛੋ, ਤਦ ਬਾਦਸ਼ਾਹ ਕਹਿਣ ਲੱਗਦਾ ਕਿ ਇਹੋ ਹੀ ਸਮਾਂ ਚੰਗਾ ਹੈ। ਆਏ ਦਰਸ ਗੁਰ ਦੇ ਉਰ ਬਾਛੋ, ਗੁਰੂ ਜੀ ਆਗੇ ਦਰਸ਼ਨ ਦੇਵਨ ਮੈਂ ਚਿਤ ਤੋਂ ਇਹੋ ਹੀ ਚਾਹੁੰਦਾ ਹਾਂ। ਕਰੋ ਬੰਦਗੀ ਆਨੋ ਜਾਏ, ਆਪ ਜਾ ਕੇ ਗੁਰੂ ਜੀ ਨੂੰ ਨਮਸਕਾਰ ਕਰੋ ਤੇ ਇੱਥੇ ਲਹਿ ਆਵੋ। ਸਾਤੁਰ ਮਦਰੇ ਬਾਕ ਅਲਾਏ, ਤੇ ਉਹਨਾਂ ਨੂੰ ਬੜੇ ਹੀ ਸਤਿਕਾਰ ਸਹਿਤ ਮਿੱਠੇ ਬਚਨ ਜੋ ਹਨ ਉਹ ਬੋਲਣਾ ਕਰੋ। ਸੁਨ ਵਜੀਰ ਖਾਂ ਗਮਨਿਓ ਐਸੇ, ਵਜ਼ੀਰ ਖਾਨ ਸੁਣ ਕਰ ਇਸ ਪ੍ਰਕਾਰ ਚਲਿਆ ਜਾਂਦਾ ਹੈ। ਛੁਟੈ ਸਬੇਗ ਧਨੁਖ ਸਰ ਜੈਸੇ, ਜਿਵੇਂ ਤੀਰ ਬਹੁਤ ਤੇਜ਼ੀ ਦੇ ਨਾਲ ਕਮਾਨ ਦੇ ਵਿੱਚੋਂ ਨਿਕਲਦਾ ਹੋਵੇ। ਆਗੇ ਸਤਿਗੁਰ ਭਏ ਸੁਚੇਤ, ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਹੀ ਸੁਚੇਤ ਹੋਏ ਬੈਠੇ ਹਨ। ਗੁਰ ਦਰੋਹੀ ਕੇ ਹੱਥ ਬੇਹੇਤ, ਕਿਉਂਕਿ ਉਹ ਗੁਰੂ ਘਰ ਦਾ ਜਿਹੜਾ ਦੋਖੀ ਚੰਦੂ ਹੈ ਨਾ, ਉਸ ਨੂੰ ਖਤਮ ਕਰਨਾ ਚਾਹੁੰਦੇ ਹਨ। ਨਮੋ ਕਰਤ ਨਿਜ ਅਰਜ ਗੁਜਾਰੀ, ਵਜ਼ੀਰ ਖਾਨ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਹੈ। ਸ਼ਾਹੋ ਬੰਦਗੀ ਹਰਖ ਉਚਾਰੀ, ਆਖਿਆ ਕਿ ਬਾਦਸ਼ਾਹ ਨੇ ਖੁਸ਼ੀ ਸਹਿਤ ਆਪ ਜੀ ਨੂੰ ਸਲਾਮ ਨਮਸਕਾਰ ਭੇਜੀ ਹੈ। ਸੁਨ ਕਰ ਰਾਵਰ ਕੋ ਅਗਵਨੂ, ਆਪ ਜੀ ਦਾ ਆਉਣਾ ਸੁਣ ਕਰ ਹੋਏ ਪ੍ਰਸੰਨ ਅਤਿਛੈ ਰਿਪਦਵਨੂ, ਬਾਦਸ਼ਾਹ ਬਹੁਤ ਹੀ ਪ੍ਰਸੰਨ ਹੋਇਆ ਹੈ। ਅਬ ਚਾਹਤ ਦਰਸ਼ਨ ਕਰ ਪ੍ਰੇਮ, ਤੇ ਹੁਣ ਉਹ ਪ੍ਰੇਮ ਸਹਿਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਜਾਨੀ ਅਦਕ ਆਪਣੀ ਛੇਮ, ਉਸ ਨੇ ਇਸ ਕਾਰਜ ਦੇ ਵਿੱਚ ਆਪਣਾ ਬਹੁਤ ਸੁਖ ਜਾਣਿਆ ਹੈ। ਮਿਹਰਬਾਨਗੀ ਕਰ ਗੁਰ ਆਵੇ, ਗੁਰੂ ਉਸ ਨੇ ਕਹਿਆ ਹੈ ਕਿ ਮਿਹਰਬਾਨੀ ਕਰਕੇ ਗੁਰੂ ਜੀ ਦਰਸ਼ਨ ਦੇਵਨ ਲਈ ਆ ਜਾਵਣ। ਜਾਨ ਅਵਗਿਆ ਨਹੀਂ ਰਸਾਵੇ, ਮੇਰੇ ਵੱਲੋਂ ਹੋਈ ਅਵਗਿਆ ਜਾਣ ਕੇ ਕੋਈ ਗੁੱਸਾ ਨਾ ਕਰਨਾ। ਸ਼੍ਰੀ ਗੁਰ ਸੁਨਤ ਬਸਤਰ ਕੋ ਧਾਰੇ, ਵਜ਼ੀਰ ਖਾਨ ਦੇ ਕੋਲੋਂ ਇਹ ਬੁਲਾਵਾ ਸੁਣ ਕਰ ਸਤਿਗੁਰੂ ਜੀ ਨੇ ਵਸਤਰ ਧਾਰਨ ਕੀਤੇ ਹਨ। ਗਰਮੈ ਜਾਮਾ ਪਹਿਰ ਸਵਾਰੇ, ਉਹਨਾਂ ਗਲ ਦੇ ਵਿੱਚ ਬਹੁਤ ਸੁੰਦਰ ਜਾਮਾ ਸਵਾਰ ਕੇ ਪਹਿਨ ਲਿਆ ਹੈ। ਅਤ ਸੁੰਦਰ ਚੀਰਾ ਸਿਰ ਸ਼ੋਭਾ, ਗੁਰੂ ਜੀ ਦੇ ਸੀਸ ਦੇ ਉੱਪਰ ਬਹੁਤ ਹੀ ਸੁੰਦਰ ਚੀਰਾ ਭਾਵ ਦਸਤਾਰ ਪੱਗ ਸੋਭਾ ਪਾ ਰਹੀ ਸੀ। ਉਪਰ ਜਗਾ ਪਿਖਤ ਮਨ ਲੋਭਾ, ਤੇ ਉਸ ਪਗੜੀ ਦੇ ਉੱਪਰ ਜਿਹੜੀ ਜ਼ਿਗਾ ਸੀ ਕਲਗੀ ਸੀ ਉਸ ਨੂੰ ਵੇਖ ਕੇ ਮਨ ਲੁਭਾਏ ਮਨ ਹੁੰਦਾ ਹੈ। ਜੇਵਰ ਜਬਰ ਜਵਾਹਰ ਜਰੇ, ਗੁਰੂ ਜੀ ਦੇ ਪਹਿਨੇ ਹੋਏ ਗਹਿਣੇ ਬਹੁਤ ਸਾਰੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਹਨ। ਅੰਗ ਅੰਗ ਪ੍ਰਤ ਸ਼ੋਭਾ ਧਰੇ, ਜੋ ਗੁਰੂ ਜੀ ਦੇ ਅੰਗ ਅੰਗ ਤੇ ਸ਼ੋਭਾ ਪਾ ਰਹੇ ਹਨ। ਗਹਿ ਦੁਕੂਲ ਕਟ ਕੋ ਕਸ ਕਰਕੇ, ਗੁਰੂ ਜੀ ਨੇ ਰੇਸ਼ਮ ਦਾ ਕੱਪੜਾ ਫੜ ਕੇ ਕਮਰ ਦੇ ਨਾਲ
ਚੰਗੀ ਤਰ੍ਹਾਂ ਕਸਨਾ ਕੀਤਾ ਹੈ। ਹੈ ਅਰੂੜ ਬਾਗ ਕਰ ਧਰ ਤੇ ਕੈ ਹੱਥ ਦੇ ਵਿੱਚ ਘੋੜੇ ਦੀ ਲਗਾਮ ਫੜ ਕੇ ਘੋੜੇ ਤੇ ਸਵਾਰ ਹੋ ਜਾਂਦੇ ਹਨ। ਖਾਂ ਵਜ਼ੀਰ ਚੱਲ ਪਰਿਓ ਅਗਾਰੀ ਵਜ਼ੀਰ ਖਾਨ ਗੁਰੂ ਜੀ ਦੇ ਅੱਗੇ ਅੱਗੇ ਚੱਲ ਪੈਂਦਾ ਹੈ। ਸਿੱਖ ਕੁਛ ਸੰਗ ਗੁਰੂ ਅਸਵਾਰੀ ਕੁਝ ਸਿੱਖ ਗੁਰੂ ਜੀ ਦੀ ਸਵਾਰੀ ਦੇ ਨਾਲ ਜਾ ਰਹੇ ਹਨ। ਨਗਰ ਪਰ ਵਿਛੇ ਚਪਲ ਤੁਰੰਗ ਗੁਰੂ ਜੀ ਦਾ ਚੰਚਲ ਘੋੜਾ ਨਗਰ ਦਿੱਲੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਬਸ ਚੋ ਚਲਤ ਸ਼ੁਭਤ ਦੁਤ ਅੰਗ ਕਵੀ ਜੀ ਲਿਖਦੇ ਕਿ ਘੋੜਾ ਬਹੁਤ ਤਾਕਤ ਦੇ ਨਾਲ ਚੱਲਦਾ ਜਾਂਦਾ ਸੀ, ਜਿਸ ਦੇ ਸੁੰਦਰ ਅੰਗ ਸੋਭਾ ਪਾ ਰਹੇ ਹੁੰਦੇ ਹਨ। ਫੁਰਕਤ ਕਬ ਫਾਂਤਤ ਲੰਗ ਛਾਲ ਘੋੜੇ ਦੀ ਵੀ ਤਾਰੀਫ ਕਵੀ ਜੀ ਕਰਦੇ ਜਾ ਰਹੇ, ਉਸ ਦੀ ਚਾਲ ਦੀ ਤਾਰੀਫ ਕਰਦੇ ਕਿ ਉਹ ਘੋੜਾ ਕਦੇ ਫੁੰਕਾਰੇ ਮਾਰਦਾ ਤੇ ਕਦੇ ਛੋਟੀ ਛਾਲ ਮਾਰ ਕੇ ਕੁੱਦਦਾ ਜਾ ਰਿਹਾ ਹੈ। ਰੋਕਤ ਸਤਿਗੁਰ ਧੀਰਜ ਨਾਲ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬੜੀ ਹੀ ਧੀਰਜ ਸਹਿਤ ਉਸ ਨੂੰ ਰੋਕਦੇ ਹਨ। ਲੋਕ ਬਿਲੋਕਤ ਸਫਲ ਬਿਲੋਚਨ ਲੋਕ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੀਆਂ ਅੱਖਾਂ ਨੂੰ ਸਫਲੀਆਂ ਕਰ ਰਹੇ ਹਨ। ਮੋਚਤ ਚਿਤ ਤੇ ਗੁਰ ਦਿਸ਼ ਸੋਚਨ ਤੇ ਉਹ ਗੁਰੂ ਜੀ ਵੱਲ ਵੇਖ ਕੇ ਚਿੱਤ ਦੀਆਂ ਚਿੰਤਾਵਾਂ ਨੂੰ ਵੀ ਦੂਰ ਕਰਦੇ ਹਨ। ਸੁਨ ਸੁਨ ਧਾਏ ਕਰਤ ਹੈ ਬੰਧਨ ਲੋਕ ਸੁਣ ਸੁਣ ਕੇ ਦੌੜ ਕੇ ਆਉਂਦੇ ਤੇ ਨਮਸਕਾਰਾਂ ਕਰਦੇ ਹਨ। ਅਵਲੋਕਤ ਨਰ ਕਸ਼ਟ ਨਿਕੰਦਨ ਲੋਕ ਦਰਸ਼ਨ ਕਰਕੇ ਆਪਣੇ ਦੁੱਖਾਂ ਨੂੰ ਦੂਰ ਕਰਦੇ ਹਨ। ਸਭ ਸਿੱਖਨ ਮਨ ਭਈ ਵਧਾਈ ਸਭ ਸਿੱਖਾਂ ਦੇ ਮਨ ਦੇ ਵਿੱਚ ਖੁਸ਼ੀ ਛਾਈ ਹੋਈ ਹੈ। ਕੈਦਨ ਦੁਰਗ ਮਹਾ ਦੁਖਦਾਈ ਉਹ ਆਖ ਰਹੇ ਸਨ ਕਿ ਕਿਲਾ ਜਿਹੜਾ ਸੀ ਗਵਾਲੀਅਰ ਦਾ ਕੈਦੀਆਂ ਲਈ ਬਹੁਤ ਹੀ ਦੁਖਦਾਈ ਹੁੰਦਾ ਹੈ। ਜਾਸ ਪਰਵੇਸ਼ਨ ਤਿਸ ਥਲ ਹੋਏ ਜਿਸ ਦਾ ਉਸ ਸਥਾਨ ਤੇ ਪ੍ਰਵੇਸ਼ ਹੋ ਜਾਂਦਾ ਹੈ। ਨਿਕਸਨ ਕੀ ਪੁਨ ਆਸ ਨ ਕੋਏ ਤੇ ਫਿਰ ਉਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਨਿਕਲਣ ਦੀ ਉਸ ਦੀ ਕੋਈ ਵੀ ਆਸ ਨਹੀਂ ਹੁੰਦੀ ਹੈ। ਬਿਖਮ ਦੁਰਗ ਤੇ ਨਿਕਸੇ ਨਾਥ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਬਿਖਮ ਕਿਲੇ ਦੇ ਵਿੱਚੋਂ ਬਾਹਰ ਆਏ ਹਨ। ਲਏ 52 ਕੈਦੀ ਸਾਥ ਤੇ ਕਵੀ ਜੀ ਲਿਖਦੇ ਕਿ ਲੋਕ ਆਖ ਰਹੇ ਸਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਕੱਲੇ ਆਪ ਹੀ ਬਾਹਰ ਨਹੀਂ ਆਏ, ਸਗੋਂ ਸਤਿਗੁਰੂ ਜੀ ਨੇ ਨਾਲ 52 ਜਿਹੜੇ ਕੈਦੀ ਰਾਜੇ ਸਨ ਉਹਨਾਂ ਨੂੰ ਵੀ ਰਿਹਾ ਕਰਵਾਇਆ ਹੈ। ਤੁਮ ਬਿਨ ਕੌਣ ਕਰੇ ਅਸ ਕਾਜ ਸਿਫਤ ਕਰ ਰਹੇ ਹਨ ਸਾਰੇ ਲੋਕ ਕਿ ਹੇ ਸਤਿਗੁਰੂ ਜੀਓ ਤੁਹਾਡੇ ਤੋਂ ਬਿਨਾ ਅਜਿਹਾ ਕਾਰਜ ਹੋਰ ਕੌਣ ਕਰ ਸਕਦਾ ਹੈ। ਰਾਖਿਓ ਬਿਰਧ ਗਰੀਬ ਨਿਵਾਜ ਇਹ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੁਸਾਂ ਨੇ ਆਪਣਾ ਬਿਰਧ ਰੱਖਿਆ ਹੈ। ਮਰਨ ਪਰਯੰਤ ਕੈਦ ਜਿਨ ਕੇਰੀ ਮਰਨ ਤੱਕ ਜਿਨ੍ਹਾਂ ਦੀ ਕੈਦ ਜਾਰੀ ਰਹਿਣੀ ਸੀ। ਮੁਚੈ ਨਾ ਧਨ ਬਲ ਤੇ ਕਿਸ ਬੇਰੀ ਤੇ ਉਹ ਰਾਜੇ ਧਨ ਕਰਕੇ ਸ਼ਕਤੀ ਕਰਕੇ ਕਿਸੇ ਵੇਲੇ ਵੀ ਛੁੱਟ ਨਹੀਂ ਸਕਦੇ ਸਨ। ਤਿਨ ਪਰ ਕਿਰਪਾ ਧਾਰ ਲੈ ਆਏ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਤੇ ਉਹਨਾਂ ਨੂੰ ਇਸ ਕਿਲੇ ਦੇ ਵਿੱਚੋਂ ਬਾਹਰ ਲਹਿਆਏ ਹਨ। ਸਭ ਕੇ ਪਗ ਬੰਧਨ ਕਟਵਾਏ ਤੇ ਸਭ ਦੇ ਪੈਰਾਂ ਦੇ ਜਿਹੜੇ ਬੰਧਨ ਹਨ ਜੰਜੀਰਾਂ ਹਨ ਸਤਿਗੁਰੂ ਜੀ ਨੇ ਕਟਵਾ ਦਿੱਤੀਆਂ ਹਨ। ਜਗ ਮੈਂ ਬੜੋ ਸੁਜਸ ਇਹੋ ਲੀਨਾ ਗੁਰੂ ਜੀ ਨੇ ਸੰਸਾਰ ਦੇ ਵਿੱਚੋਂ ਇਹ ਸ੍ਰੇਸ਼ਟ ਵਡਿਆਈ ਪ੍ਰਾਪਤ ਕੀਤੀ ਹੈ। ਵੱਡ ਉਪਕਾਰ ਨਿਰਪਨ ਕਾ ਪਰ ਕੀਨਾ ਜਿਹੜੇ ਕੈਦੀ ਰਾਜੇ ਹਨ ਉਹਨਾਂ ਦੇ ਉੱਪਰ ਸਤਿਗੁਰੂ ਜੀ ਨੇ ਵੱਡਾ ਪਰਉਪਕਾਰ ਕੀਤਾ ਹੈ। ਨਗਰ ਵਿਖੈ ਕੀਰਤ ਬਹੁ ਥਾਨ ਸਮੁੱਚੇ ਨਗਰ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਸਤਿਗੁਰੂ ਜੀ ਦੀ ਇਸ ਪ੍ਰਕਾਰ ਵਡਿਆਈ ਹੋ ਰਹੀ ਸੀ। ਸਤਿਗੁਰ ਸੁਨਤ ਜਾਤ ਨਿਜ ਕਾਨ ਇਹ ਜਿਹੜੇ ਲੋਕ ਗੱਲਾਂ ਕਰਦੇ ਹਨ ਸੜਕ ਦੇ ਰਸਤੇ ਦੇ ਦੋਨੋਂ ਪਾਸੇ ਖੜੋਤੇ ਹੋਏ
ਕਵੀ ਜੀ ਲਿਖਦੇ ਕਿ ਸਿਫਤ ਸਲਾਹ ਨੂੰ ਸਤਿਗੁਰੂ ਜੀ ਆਪਣੇ ਕੰਨਾਂ ਦੇ ਨਾਲ ਸੁਣਦੇ ਜਾ ਰਹੇ ਹਨ। ਗਏ ਦੁਰਗ ਕੇ ਪੌਰ ਪਰਵੇਸ਼ੇ, ਗੁਰੂ ਜੀ ਕਿਲੇ ਦੇ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ। ਬ੍ਰਿੰਦ ਸੁਭਾਟ ਆਯੁਧ ਧਰ ਬੈਸੇ, ਉਥੇ ਕਈ ਸਿਪਾਹੀ ਸ਼ਸਤਰ ਧਾਰਨ ਕਰਕੇ ਬੈਠੇ ਹੋਏ ਸਨ। ਕਹਿਓ ਵਜ਼ੀਰ ਖਾਨ ਸਭ ਸਾਥ, ਕਿਉਂਕਿ ਵਜ਼ੀਰ ਖਾਨ ਸਾਰਿਆਂ ਤੋਂ ਅੱਗੇ ਅੱਗੇ ਚੱਲ ਰਿਹਾ ਸੀ, ਤਾਂ ਵਜ਼ੀਰ ਖਾਨ ਨੇ ਉਹਨਾਂ ਸਾਰੇ ਸਿਪਾਹੀਆਂ ਦੇ ਕੋਲ ਜਾ ਕਰ ਆਖਿਆ ਹੈ, ਖੜੇ ਹੋਏ ਸਨਮਾਨੋ ਨਾਥ। ਆਖਿਆ ਵੀ ਭਾਈ ਸਾਰੇ ਖੜੇ ਹੋ ਕਰ ਗੁਰੂ ਜੀ ਦਾ ਸਨਮਾਨ ਕਰੋ। ਪਾਤਸ਼ਾਹ ਕੇ ਪ੍ਰਾਨਨ ਦਾਨੀ, ਇਹ ਬਾਦਸ਼ਾਹ ਦੇ ਜੀਵਨ ਦੇ ਦਾਨੀ ਹਨ। ਇਨ ਤੇ ਆਥਿਓ ਅਪਰ ਨ ਜਾਣੀ, ਇਹਨਾਂ ਤੋਂ ਸ੍ਰੇਸ਼ਟ ਹੋਰ ਕਿਸੇ ਨੂੰ ਵੀ ਨਾ ਸਮਝੋ। ਸੁਨ ਸਗਰੇ ਹੋਏ ਖਰੇ ਅਗਾਰੀ, ਸੁਣ ਕਰ ਸਾਰੇ ਹੀ ਸਤਿਗੁਰੂ ਜੀ ਦੇ ਸਨਮੁਖ ਸਤਿਕਾਰ ਦੇ ਵਿੱਚ ਖੜੇ ਹੋ ਜਾਂਦੇ ਹਨ। ਕਰੀ ਸਲਾਮ ਨਮਰਤਾ ਧਾਰੀ, ਸਭ ਨੇ ਨਿਮਰਤਾ ਧਾਰਨ ਕਰਕੇ ਗੁਰੂ ਜੀ ਨੂੰ ਸਲਾਮ ਕੀਤੀ, ਨਮਸਕਾਰ ਕੀਤੀ, ਝੁਕਣਾ ਕੀਤਾ ਹੈ। ਸੰਗਤ ਜੀ ਵੇਖੋ, ਪਤਾ ਲੱਗਿਆ ਸਿਪਾਹੀਆਂ ਨੂੰ ਜਦ ਕਿ ਉਹ ਮੁਗਲ ਸਿਪਾਹੀ ਹਨ, ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਹਨ, ਤੇ ਉਹ ਆਪਣੇ ਇਸ਼ਟ ਤੋਂ ਬਿਨਾਂ ਕਿਤੇ ਵੀ ਝੁਕਦੇ ਨਹੀਂ। ਪਰ ਸਤਿਗੁਰੂ ਜੀ ਦਾ ਸਤਿਕਾਰ ਜਾਣਿਆ ਇਹ ਸਾਡੇ ਬਾਦਸ਼ਾਹ ਦੇ ਜੀਵਨ ਦਾਨੀ ਹਨ, ਉਹਨਾਂ ਦੀ ਰੱਖਿਆ ਕਰਨ ਵਾਲੇ ਤਾਂ ਸਾਰੇ ਸਤਿਕਾਰ ਕਰਦੇ ਹਨ। ਪਰ ਜਦੋਂ ਅਸੀਂ ਅੱਜ ਵੇਖਦੇ ਹਾਂ, ਮੁਆਫ ਕਰਨਾ ਕਹਿਣ ਦੇਣਾ, ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸੁਚੱਜੇ ਢੰਗ ਦੇ ਨਾਲ ਨਹੀਂ ਕਰ ਪਾਉਂਦੇ ਹਾਂ। ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹੋਵਣਗੇ, ਮਹਾਰਾਜ ਜੀ ਦਾ ਸਰੂਪ ਗੁਰੂ ਘਰ ਦੇ ਵਿੱਚੋਂ, ਗੁਰੂ ਘਰ ਤੋਂ ਆਪਣੇ ਨਿੱਜ ਘਰ ਦੇ ਵਿੱਚ ਲਿਜਾਣਾ ਹੋਵੇ ਜਾਂ ਮੁੜ ਗੁਰੂ ਘਰ ਦੇ ਵਿੱਚ ਪਹੁੰਚਾਉਣਾ ਹੋਵੇ ਤਾਂ ਬੜੀ ਸਾਡੇ ਵਾਸਤੇ ਮੁਸ਼ਕਲ ਜੀ ਬਣ ਜਾਂਦੀ ਹੈ। ਅਸੀਂ ਸੋਚਦੇ ਹਾਂ ਕੋਈ ਹੋਰ ਹੀ ਕਾਰਜ ਕਰ ਜਾਵੇ, 5 ਜਾਣਿਆਂ ਨੂੰ ਤਿਆਰ ਕਰਨ ਦੇ ਵਿੱਚ ਵੀ ਮੁਸ਼ਕਲ ਆਉਂਦੀ, ਗੁਰਬਾਣੀ ਨੂੰ ਪੜ੍ਹਨ ਵੇਲੇ, ਗੁਰਬਾਣੀ ਨੂੰ ਸਤਿਕਾਰ ਦੇਣ ਵੇਲੇ ਵੀ ਸਾਡੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਹੁੰਦੀਆਂ। ਸੋਚਦੇ ਹਾਂ ਕਿ ਭਾਈ ਅਸੀਂ ਰਿਸ਼ਤੇਦਾਰਾਂ ਨੂੰ ਮਿਲਣਾ ਸਾਂਭਣਾ ਹੈ, ਅਸੀਂ ਤਾਂ ਉਹ ਕਾਰਜ ਕਰਾਂਗੇ, ਤੇ ਇਹ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਲਿਜਾਣਾ ਹੈ ਨਾ, ਇਹ ਕੋਈ ਹੋਰ ਕਾਰਜ ਕਰ ਲਵੇ ਜੀ। ਇਸ ਪ੍ਰਕਾਰ ਦਾ ਅੱਜ ਦਾ ਸਾਡਾ ਵੱਡੀ ਗਿਣਤੀ ਦੇ ਵਿੱਚ ਜੀਵਨ ਹੋ ਚੁੱਕਾ, ਜਦ ਕਿ ਸਤਿਗੁਰੂ ਜੀ ਦਾ ਜਿਤਨਾ ਵੀ ਸਤਿਕਾਰ ਕੀਤਾ ਜਾਵੇ ਨਾ, ਉਤਨਾ ਹੀ ਥੋੜਾ ਹੈ ਜੀ। ਵਜ਼ੀਰ ਖਾਨ ਦੇ ਸਿਪਾਹੀ ਕਰਦੇ ਪਏ, ਬਾਦਸ਼ਾਹ ਦੇ ਸਿਪਾਹੀ ਕਰਦੇ ਪਏ, ਲੋਕਾਂ ਨੂੰ ਪਤਾ ਲੱਗਦਾ ਪਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੰਦੀ ਛੋੜ ਹਨ। ਇਹ ਕਿਲੇ ਦੇ ਵਿੱਚੋਂ ਆਪ ਤੇ ਬਾਹਰ ਆਏ ਹੀ ਆਏ, ਨਾਲ ਐਸੇ ਬਿਖਮ ਕਿਲੇ ਦੇ ਵਿੱਚੋਂ ਜਿੱਥੋਂ ਕੋਈ ਵੀ ਜਿਉਂਦਾ ਨਹੀਂ ਸੀ ਆ ਸਕਦਾ, 52 ਰਾਜਿਆਂ ਨੂੰ ਵੀ ਨਾਲ ਲੈ ਕਰ ਆਏ ਹਨ। ਤੇ ਇਹ ਇੱਕ ਕੱਲ ਵੀ ਬੇਨਤੀ ਕੀਤੀ ਸੀ, ਸਾਡੇ ਵਾਸਤੇ ਇੱਕ ਉਦਾਹਰਨ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਪੱਲਾ ਫੜਿਆ, ਜਿਹੜੇ ਸਤਿਗੁਰੂ ਜੀ ਦੇ ਦਰ ਤੇ ਆ ਕਰ ਝੁਕ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਫਿਰ ਉਹਨਾਂ ਦੀ ਸਹਾਇਤਾ ਕਰਦੇ ਹਨ। ਤੇ ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਅਨੇਕਾਂ ਉਦਾਹਰਨਾਂ ਸਾਡੇ ਸਾਹਮਣੇ ਹੁੰਦੀਆਂ ਹਨ ਕਿ ਜਦੋਂ ਮਾਲਕ ਜੀ ਨੇ ਕਿਰਪਾ ਕੀਤੀ, ਜਿਸ ਨੇ ਪੱਲਾ ਫੜਿਆ ਮਾਲਕ ਦਾ ਆਕਰ, ਉਸ ਨੂੰ ਵਿਕਾਰਾਂ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਨ। ਇਹ ਸਤਿਗੁਰੂ ਜੀ ਸਾਨੂੰ ਸਮਝਾ ਰਹੇ, ਇਹ ਸਤਿਗੁਰੂ ਜੀ ਦਾ ਇਤਿਹਾਸ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੇਕਰ ਜੀਵਨ ਦੇ ਵਿੱਚ ਔਕੜਾਂ ਆਵਣ, ਮੁਸ਼ਕਲਾਂ ਆਵਣ, ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਈਏ, ਮਾੜੀਆਂ ਵਿਚਾਰਾਂ, ਮਾੜੀ ਸੰਗਤ ਸਾਡੇ ਚਾਰ ਚਫੇਰੇ ਹੋਵੇ, ਨਸ਼ਾ ਆਦਿਕ ਚਾਰ ਚਫੇਰੇ ਹੋਵੇ, ਘਰ ਦੇ ਵਿੱਚ ਮੁਸ਼ਕਲਾਂ ਹੋਵਣ, ਤਾਂ ਅਰਦਾਸ ਕੀਤੀ ਜਾਵੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਤੇ ਬੰਦੀ ਛੋੜ ਦਾਤਾਰ ਪਿਤਾ ਪਾਤਸ਼ਾਹ ਮਹਾਰਾਜ ਜੀ ਫਿਰ ਸਾਡੇ ਇਹ ਜੀਵਨ ਦੇ ਲੋਕ ਦੇ ਵੀ ਤੇ ਪਰਲੋਕ ਦੇ ਵੀ ਜਿਹੜੇ ਬੰਧਨ ਹਨ ਉਹ ਕੱਢ ਕੇ ਫਿਰ ਐਸੀ ਕੈਦ ਦੇ ਵਿੱਚੋਂ, ਵਿਕਾਰਾਂ ਦੀ ਕੈਦ, ਮੁਸ਼ਕਲਾਂ ਦੀ, ਔਕੜਾਂ ਦੀ ਜਿਹੜੀ ਕੈਦ ਹੈ, ਉਸ ਦੇ ਵਿੱਚੋਂ ਬਾਹਰ ਕੱਢ ਦਿੰਦੇ ਹਨ। ਸਾਰੇ ਸਤਿਕਾਰ ਦੇ ਰਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ
ਦਿੱਲੀ ਦੇ ਕਿਲੇ ਦੇ ਵਿੱਚ ਪ੍ਰਵੇਸ਼ ਹੁੰਦੇ ਹਨ। ਤਹ ਤੇ ਗਏ ਬਹੁਰ ਗੁਰ ਆਗੇ। ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੋਂ ਅੱਗੇ ਚਲੇ ਜਾਂਦੇ ਹਨ। ਜਹਾਂ ਸ਼ਾਹੋ ਜੁਤ ਨਰ ਬੜ ਭਾਗੇ। ਜਿੱਥੇ ਬਾਦਸ਼ਾਹ ਦੇ ਸਮੇਤ ਹੋਰ ਵੱਡੇ ਭਾਗਾਂ ਵਾਲੇ ਲੋਕ ਸਨ। ਹੈ ਤੇ ਉਤਰ ਚਰਨ ਸੋ ਚਾਲੇ। ਗੁਰੂ ਜੀ ਘੋੜੇ ਤੋਂ ਉਤਰ ਕੇ ਹੁਣ ਪੈਦਲ ਚੱਲਦੇ ਹਨ। ਜਹਾਂ ਕਚਹਿਰੀ ਥਾਨ ਬਿਸਾਲੇ। ਜਿੱਥੇ ਕਚਹਿਰੀ ਵਾਲਾ ਵਿਸ਼ਾਲ ਥਾਨ ਸੀ। ਚਾਮੀ ਕਰਤੇ ਚਿਤਰਤ ਘਰ ਹੈ। ਸੋਨੇ ਦੇ ਨਾਲ ਜਿੱਥੇ ਚਿਤਰੇ ਹੋਏ ਘਰ ਸਨ। ਕਾਨਨ ਮਿਰਗ ਲਿਖੇ ਪਰ ਧਰ ਹੈ। ਜਿਸ ਵਿੱਚ ਧਰਤੀ ਤੇ ਜੰਗਲਾਂ ਦੇ ਹਿਰਨ ਦੀਆਂ ਮੂਰਤਾਂ ਉਕਰੀਆਂ ਹੋਈਆਂ ਸਨ। ਅਨੇਕ ਪ੍ਰਕਾਰਨ ਫਰਸ਼ ਮਹਾਨਾ। ਉਥੇ ਕਈ ਪ੍ਰਕਾਰ ਦੇ ਵਿਸ਼ਾਲ ਵਿਛਾਉਣੇ ਵਿਛਾਏ ਗਏ ਹਨ। ਅਲਪ ਵਿਸਾਲ ਪੌਰ ਜਿਹ ਨਾਨਾ। ਜਿੱਥੇ ਭਾਂਤ ਭਾਂਤ ਦੇ ਛੋਟੇ ਵੱਡੇ ਦਰਵਾਜ਼ੇ ਹਨ। ਗਇਓ ਵਜ਼ੀਰ ਖਾਨ ਸੁਧ ਦੀਨ। ਵਜ਼ੀਰ ਖਾਨ ਅੰਦਰ ਗਿਆ ਤੇ ਬਾਦਸ਼ਾਹ ਨੂੰ ਜਾ ਕਰ ਖਬਰ ਦਿੱਤੀ ਹੈ। ਆਏ ਸ਼੍ਰੀ ਸਤਿਗੁਰੂ ਪਰਬੀਨ। ਆਖਿਆ ਕਿ ਸ੍ਰੇਸ਼ਟ ਗੁਣਾਂ ਦੇ ਵਿੱਚ ਸੰਪੂਰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆ ਗਏ ਹਨ। ਸੁਨ ਚੰਦਨ ਚੌਂਕੀ ਡਸਵਾਈ। ਇਹ ਸੁਣ ਕਰ ਚੰਦਨ ਦੀ ਲੱਕੜ ਦੀ ਬਣੀ ਹੋਈ ਚੌਂਕੀ ਢਾਹ ਦਿੱਤੀ ਗਈ ਹੈ। ਉਪਰ ਸੁਜਜਨ ਸੁਸਜਨੀ ਸੇਤ ਸੁਹਾਈ। ਤੇ ਉਸ ਚੰਦਨ ਦੀ ਚੌਂਕੀ ਦੇ ਉੱਪਰ ਸੁੰਦਰ ਕਢਾਈ ਵਾਲਾ ਚਿੱਟਾ ਕੱਪੜਾ ਵਿਛਾ ਦਿੱਤਾ ਗਿਆ ਹੈ। ਜੁਗ ਉਮਰਾਏ ਸੋ ਆਏ ਅਗਾਊ। ਬਾਦਸ਼ਾਹ ਦੇ ਦੋ ਵਜ਼ੀਰ ਗੁਰੂ ਜੀ ਨੂੰ ਲੈਣ ਲਈ ਅੱਗੇ ਆਏ ਹਨ। ਬੰਧਨ ਲੈ ਪਹੁੰਚੇ ਤਿਸ ਥਾਊ। ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਉੱਥੇ ਲੈ ਕਰ ਪਹੁੰਚ ਗਏ ਹਨ। ਰੁਚਰਾਸਨ ਪਰ ਬੈਠੇ ਜਾਏ। ਗੁਰੂ ਜੀ ਸੁੰਦਰ ਆਸਣ ਦੇ ਉੱਪਰ ਜਾ ਕਰ ਬੈਠ ਜਾਂਦੇ ਹਨ। ਬੰਧਨ ਕਰੀ ਸ਼ਾਹੋ ਹਰ ਖਾਏ। ਬਾਦਸ਼ਾਹ ਨੇ ਖੁਸ਼ ਹੋ ਕਰ ਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਉਤੇ ਜਿਤਕ ਨਰ ਤਹਾਂ ਤਮਾਮੂ। ਜਿੰਨੇ ਵੀ ਉੱਥੇ ਮਨੁੱਖ ਹਾਜ਼ਰ ਸਨ। ਹਿਤ ਆਦਰ ਸਭ ਕੀਨ ਸਲਾਮੂ। ਸਭ ਨੇ ਗੁਰੂ ਜੀ ਦੇ ਸਨਮਾਨ ਦੇ ਵਾਸਤੇ ਸਨਮਾਨ ਹਿਤ ਸਲਾਮ ਕੀਤੀ ਹੈ। ਦੋਹਰਾ ਕਰੀ ਸਲਾਮ ਤਮਾਮ ਨਰ ਭਇਓ ਬਹੁਤ ਸਨਮਾਨ। ਸਾਰੇ ਲੋਕਾਂ ਨੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਸਲਾਮ ਕੀਤੀ। ਤੇ ਕਵੀ ਜੀ ਲਿਖਦੇ ਕਿ ਉੱਥੇ ਦਰਬਾਰ ਦੇ ਵਿੱਚ ਗੁਰੂ ਜੀ ਦਾ ਬਹੁਤ ਸਨਮਾਨ ਹੋਇਆ ਹੈ। ਹੱਥ ਜੋਰ ਹਜ਼ਰਤ ਭਨੈ ਦੀਏ ਪ੍ਰਾਣ ਤੁਮ ਦਾਨ। ਬਾਦਸ਼ਾਹ ਜਹਾਂਗੀਰ ਹੱਥ ਜੋੜ ਕਰ ਆਖਦਾ ਕਿ ਸਤਿਗੁਰੂ ਜੀ ਤੁਸਾਂ ਨੇ ਮੇਰੇ ਪ੍ਰਾਣਾਂ ਨੂੰ ਬਖਸ਼ ਦਿੱਤਾ। ਆਪ ਜੀ ਨੇ ਮੈਨੂੰ ਪ੍ਰਾਣਾਂ ਦਾ ਜੀਵਨ ਦਾਨ ਦਿੱਤਾ ਹੈ। ਚੌਪਈ ਮਮ ਹਿਤ ਦੁਰਗ ਬਿਖੈ ਸੋ ਪਰਵਿਛੇ। ਤੁਸੀਂ ਮੇਰੇ ਭਲੇ ਲਈ ਹੀ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਏ ਸੀ। ਕਰਿਓ ਜਾਪਤ ਹੈ ਪ੍ਰੇਮ ਵਿਸ਼ੇਸ਼ੇ। ਤੇ ਬਹੁਤ ਪ੍ਰੇਮ ਦੇ ਨਾਲ ਉੱਥੇ ਜਾਪ ਕੀਤਾ ਹੈ। ਹਮ ਤੇ ਸਭ ਅਜੋਗਤਾ ਭਈ। ਸਾਡੇ ਕੋਲੋਂ ਸਭ ਅਨੁਚਿਤ ਹੋਇਆ ਹੈ। ਤਉ ਆਪਨੇ ਕਰੁਣਾ ਕਈ। ਪਰ ਫਿਰ ਵੀ ਤੁਸਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਨਿਸ ਮੈਂ ਤਰਾਸਤ ਜਬ ਮੈਂ ਹੋਵਾਂ। ਜਦੋਂ ਮੈਂ ਰਾਤ ਵਿੱਚ ਦੋ ਪਾਸੇ ਭਿਆਨਕ ਸ਼ੇਰਾਂ ਦਾ ਡਰ ਵੇਖਿਆ ਸੀ। ਦੋਏ ਦਿਸ਼ਦਾਰਨ ਸ਼ੇਰਨ ਜੀਵਾਂ। ਜੋ ਜਿਹੜੇ ਰਾਤ ਸਮੇਂ ਭਿਆਨਕ ਸ਼ੇਰ ਆਉਂਦੇ ਸਨ। ਤਬ ਮੈਂ ਸਿਮਰਨ ਕਰੋ ਤੁਮਾਰਾ। ਤਾਂ ਉਸ ਵੇਲੇ ਸਤਿਗੁਰੂ ਜੀ ਮੈਂ ਤੁਹਾਡਾ ਸਿਮਰਨ ਕਰਦਾ ਸਾਂ। ਹਾਜ਼ਰ ਆਨੰਦ ਦੇਹੋ ਦੀਦਾਰਾ। ਤੁਸੀਂ ਪ੍ਰਤੱਖ ਰੂਪ ਦੇ ਵਿੱਚ ਹਾਜ਼ਰ ਹੋ ਕਰ ਆਕਰ ਦਰਸ਼ਨ ਦਿੰਦੇ ਸੀ। ਮਮ ਹਿਤ ਜਾਪ ਕਰਤ ਹੈ ਬੈਸੇ। ਤਾਂ ਮੈਂ ਮਨ ਦੇ ਵਿੱਚ ਸੋਚਦਾ ਸੀ ਕਿ ਮੇਰੇ ਭਲੇ ਵਾਸਤੇ ਉੱਥੇ ਗੁਰੂ ਜੀ ਜਾਪ ਕਰਦੇ ਹਨ। ਤਿਨ ਪ੍ਰਤਾਪ ਤੇ ਦੁਖ ਨਹਿ ਕੈਸੇ। ਗੁਰੂ ਜੀ ਦੇ ਪ੍ਰਤਾਪ ਕਰਕੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਹੋ ਸਕਦਾ ਹੈ। ਇਮ ਮਨ ਜਾਣ ਧਰੋ ਮੈਂ ਧੀਰ। ਮੈਂ ਮਨ ਦੇ ਵਿੱਚ ਇਸ ਤਰ੍ਹਾਂ ਜਾਣ ਕੇ ਧੀਰਜ ਕਰ ਲੈਂਦਾ ਸਾਂ। ਰਛਕ ਆਪ ਭਏ ਗੁਰ ਪੀਰ। ਆਪ ਪੂਜਨੀਕ ਪੀਰ ਰੂਪ ਗੁਰੂ ਜੀ ਮੇਰੇ ਸਹਾਈ ਹੋਏ ਹੋ। ਸ੍ਰੀ ਹਰਗੋਬਿੰਦ ਸੁਨ ਕਰ ਕਹਿਓ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸੁਣ ਕਰ ਫਰਮਾਇਆ ਹੈ। ਗੁਰ ਕਰ ਮੈਂ ਨਿਸ਼ਚਾ ਜਿਨ ਲਹਿਓ। ਕਿ ਜਿਨ੍ਹਾਂ ਨੇ ਗੁਰੂ
ਗੁਰੂ ਘਰ ਦੇ ਵਿੱਚ ਨਿਸ਼ਚਾ ਪ੍ਰਾਪਤ ਕਰ ਲਿਆ ਹੈ। ਸ਼ਰਧਾ ਧਰੈ ਸ਼ਰਨ ਕੋ ਤੇ ਆਏ। ਜੋ ਸ਼ਰਧਾ ਧਾਰਨ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ। ਸ਼੍ਰੀ ਨਾਨਕ ਹਵੈ ਕਿਉ ਨ ਸਹਾਏ। ਤਾਂ ਸਤਿਗੁਰੂ ਜੀ ਆਖਦੇ ਕਿ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਕਿਉਂ ਨਹੀਂ ਸਹਾਈ ਹੋਵਣਗੇ। ਸਤਿਗੁਰ ਕਰ ਸੋ ਮੇਲ ਜੋ ਅਹੈ। ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮੇਲ ਕਰਦਾ ਹੈ, ਵੱਡੇ ਤੁਮਾਰੇ ਰਾਖਤ ਰਹੇ। ਤੁਹਾਡੇ ਵੱਡੇ ਵਡੇਰੇ ਗੁਰੂ ਘਰ ਦੇ ਨਾਲ ਮੇਲ ਮਿਲਾਪ ਰੱਖਦੇ ਰਹੇ ਹਨ। ਕਰ ਪ੍ਰਸੰਨ ਬਰ ਲੇਤ ਭਲੇਰੇ। ਤਾਂ ਉਹਨਾਂ ਨੇ ਗੁਰੂ ਸਾਹਿਬਾਨ ਜੀ ਨੂੰ ਪ੍ਰਸੰਨ ਕਰਕੇ ਸ੍ਰੇਸ਼ਟ ਵਰ ਪ੍ਰਾਪਤ ਕੀਤੇ ਹਨ। ਗੁਰ ਬਰ ਤੇ ਸੁਖ ਲਹੇ ਕਨੇਰੇ। ਤੇ ਗੁਰੂ ਜੀ ਤੋਂ ਵਰ ਪ੍ਰਾਪਤ ਕਰਕੇ ਵੱਡੇ ਸੁਖ ਪ੍ਰਾਪਤ ਕੀਤੇ ਹਨ। ਜਥਾ ਮੁਕਰ ਨਿਰਮਲ ਅਤ ਜੋਵੈ। ਜਿਵੇਂ ਬਹੁਤ ਸਾਫ ਸ਼ੀਸ਼ਾ ਹੋਵੇ, ਜਸ ਮੁਖ ਕਰ ਤਸ ਤਿਸ ਮਹਿ ਜੋਵੈ। ਤੇ ਕੋਈ ਜਿਹੋ ਜਿਹਾ ਮੁਖ ਕਰਕੇ ਜਿਸ ਪ੍ਰਕਾਰ ਦਾ ਆਪਣਾ ਮੂੰਹ ਕਰਦਾ, ਉਹੋ ਜਿਹਾ ਹੀ ਉਸ ਦੇ ਵਿੱਚੋਂ ਦਿਖਾਈ ਦਿੰਦਾ ਹੈ। ਕੇਸਰ ਮਲਾ ਗੀਰ ਜਿਨ ਲਾਇਓ। ਜਿਸ ਨੇ ਕੇਸਰ ਤੇ ਚੰਦਨ ਮੁਖ ਤੇ ਲਾਇਆ ਹੋਵੇਗਾ, ਰੰਗ ਸੁਗੰਧਤ ਤਥਾ ਦਿਖਾਇਓ। ਤਾਂ ਉਸ ਦੇ ਵਿੱਚੋਂ ਉਸੇ ਤਰ੍ਹਾਂ ਦੇ ਹੀ ਖੁਸ਼ਬੂਦਾਰ ਜਿਹੜੇ ਰੰਗ ਹਨ ਉਹ ਦਿਖਾਈ ਦੇਵਣਗੇ। ਜੇ ਕਾਰਸ ਕੋ ਲਾਏ ਵਸ਼ੇਖੈ। ਤੇ ਜੇਕਰ ਕੋਈ ਮੂੰਹ ਨੂੰ ਕਾਲਖ ਲਾ ਕੇ ਆ ਜਾਵੇਗਾ, ਕਾਰੋ ਬਨਿਓ ਕਰੂਪ ਸੋ ਦੇਖੈ। ਤਾਂ ਉਹ ਆਪਣਾ ਕਾਲਾ ਬਣਿਆ ਕਰੂਪ ਚਿਹਰਾ ਹੀ ਵੇਖਦਾ ਹੋਵੇਗਾ। ਤਿਮ ਸਤਿਗੁਰ ਕੇ ਮਿਲਨ ਮਜਾਰੇ। ਇਸੇ ਪ੍ਰਕਾਰ ਸਤਿਗੁਰੂ ਜੀ ਦਾ ਮਿਲਾਪ ਭਾਵ ਗੁਰੂ ਘਰ ਹੈ। ਖੋਟੀ ਭਲੀ ਭਾਵਨਾ ਧਾਰੇ। ਕੋਈ ਖੋਟੀ ਜਾਂ ਭਲੀ ਭਾਵਨ ਰੱਖਦਾ ਹੋਵੇ, ਤੈਸੋ ਫਲ ਅਵਲੋਕਹਿ ਸੋਏ। ਤਾਂ ਉਸ ਨੂੰ ਉਸੇ ਹੀ ਪ੍ਰਕਾਰ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੋਵੇਗਾ। ਜਿਹੜਾ ਦਰ ਤੇ ਆਵੇਗਾ ਦੇਗ ਪ੍ਰਾਪਤ ਹੋਵੇਗੀ, ਚੜ ਕੇ ਆਵੇਗਾ ਤੇਗ ਪ੍ਰਾਪਤ ਹੋਵੇਗੀ। ਫਲ ਕੋ ਭੁਗਤੈ ਲੋਕਨ ਦੋਏ। ਤਾਂ ਪ੍ਰਾਣੀ ਦੋਹਾਂ ਲੋਕਾਂ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਉਸ ਫਲ ਨੂੰ ਭੋਗੇਗਾ। ਕੋਟੀ ਕਰ ਸਿਰ ਧੁਨ ਪਛਤਾਵੈ। ਕੋਟੀ ਭਾਵਨਾ ਰੱਖਦਾ ਹੋਇਆ ਜਿਹੜਾ ਗੁਰੂ ਘਰ ਦੇ ਵਿੱਚ ਆਵੇਗਾ, ਉਹ ਮਾੜੇ ਕਰਮ ਕਰਕੇ ਸਿਰ ਕਮਾ ਕੇ ਸਿਰ ਚੜਾ ਕੇ ਪਛਤਾਉਂਦਾ ਹੋਵੇਗਾ। ਜਿਵੇਂ ਮਨੁੱਖ ਦੁਖੀ ਹੋਇਆ ਜਾਂ ਗਲਤੀ ਦਾ ਅਹਿਸਾਸ ਹੋਵੇ ਨਾ, ਤੇ ਸੱਜੇ ਖੱਬੇ ਨੂੰ ਸਿਰਜਿਆ ਫਿਰਦਾ, ਉਸੇ ਪ੍ਰਕਾਰ ਜਿਹੜਾ ਗੁਰੂ ਘਰ ਦੇ ਵਿੱਚ ਮਾੜੀ ਭਾਵਨਾ ਲੈ ਕਰ ਆਵੇਗਾ, ਮਾੜੇ ਕਰਮਾਂ ਕਰਕੇ ਸਿਰ ਮਾਰ ਕੇ ਪਛਤਾਉਂਦਾ ਹੋਵੇਗਾ। ਭਲੀ ਕਰੈ ਸੁਖ ਕੋ ਨਿਤ ਪਾਵੈ। ਤੇ ਜਿਹੜਾ ਭਲੀ ਭਾਵਨਾ ਚੰਗੀ ਵਿਚਾਰ ਲੈ ਕਰ ਗੁਰੂ ਦੇ ਸਨਮੁਖ ਆਵੇਗਾ, ਉਹ ਸਦਾ ਹੀ ਸੁਖ ਪਾਉਂਦਾ ਹੈ। ਰਹੀ ਆਦਤੇ ਸ਼ਰਧਾ ਤੁਮਾਰੇ। ਸਤਿਗੁਰੂ ਜੀ ਆਖਦੇ ਕਿ ਬਾਦਸ਼ਾਹ ਜਹਾਂਗੀਰ, ਤੁਹਾਡੇ ਵੱਡੇ ਵਡੇਰਿਆਂ ਦੀ ਸ਼ੁਰੂਆਤ ਤੋਂ ਹੀ ਕਿਉ ਸਹਾਇਤਾ ਗੁਰੂ ਨ ਧਾਰੇ। ਗੁਰੂ ਘਰ ਦੇ ਨਾਲ ਸ਼ਰਧਾ ਰਹੀ ਹੈ, ਫਿਰ ਗੁਰੂ ਜੀ ਸਹਾਇਤਾ ਕਿਉਂ ਨਾ ਧਾਰਨ ਕਰਦੇ। ਸ਼ਿਰ ਮੁਖ ਤੇ ਇਮ ਬਾਕ ਕਹੰਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਮੁਖ ਤੋਂ ਬਚਨ ਉਚਾਰਨ ਕਰਦੇ ਹਨ। ਦਾਹਨ ਕਰ ਕੋ ਉਰਦ ਉਠੰਤੇ। ਤੇ ਇਸੇ ਪ੍ਰਕਾਰ ਬਚਨ ਉਚਾਰਨ ਕਰਦਿਆਂ ਹੋਇਆਂ ਕਵੀ ਜੀ ਲਿਖਦੇ ਹਨ ਕਿ ਜਿਹੜਾ ਸੱਜਾ ਹੱਥ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਉਚਾਰਨ ਕਰਦਿਆਂ ਉੱਪਰ ਨੂੰ ਉਠਾ ਲੈਂਦੇ ਹਨ। ਕਬਹੁ ਟਿਕਾਵਤ ਉਪਰ ਜਾਨੂ। ਤੇ ਕਦੇ ਕਦੇ ਫਿਰ ਉਹ ਗੱਲ ਕਰਦਿਆਂ ਵਿਚਾਰ ਕਰਦਿਆਂ ਹੋਇਆਂ ਬਚਨ ਉਚਾਰਨ ਕਰਦਿਆਂ ਉਸ ਨੂੰ ਆਪਣੇ ਗੋਡੇ ਤੇ ਰੱਖ ਲੈਂਦੇ ਹਨ। ਬਹੁਰ ਕਰੈ ਚੰਚਲ ਦੁਤਵਾਨੂ। ਸੋਭਾਦਾਇਕ ਗੁਰੂ ਜੀ ਹੱਥ ਨੂੰ ਵਾਰ-ਵਾਰ ਹਿਲਾਉਂਦੇ, ਕਦੇ ਉਤਾਂ ਚੁੱਕ ਲੈਂਦੇ ਸੱਜਾ ਹੱਥ, ਕਦੇ ਵਾਪਸ ਮੁੜ ਆਪਣੇ ਗੋਡੇ ਤੇ ਰੱਖ ਲੈਂਦੇ ਹਨ। ਹੁਤੋ ਸਿਮਰਨਾ ਹਾਥ ਕਪੂਰੀ। ਤਾਂ ਉਹਨਾਂ ਦੇ ਹੱਥ ਦੇ ਵਿੱਚ ਕਪੂਰ ਦਾ ਬਣਿਆ ਕਪੂਰਾਂ ਦਾ ਸਿਮਰਨਾ ਫੜਿਆ ਹੋਇਆ ਸੀ। ਰੰਗ ਅਜਾਇਬ ਘਾੜਤ ਰੂਰੀ। ਜਿਸ ਦੀ ਘਾੜਤ ਸੁੰਦਰ ਰੰਗ ਬਹੁਤ ਹੀ ਅਦਭੁਤ ਸੀ। ਤਿਸੇ ਦਿਖਾਏ ਫੇਰ ਮਨ ਲੀਨਾ। ਉਸ ਨੂੰ ਵੇਖ ਕੇ ਬਾਦਸ਼ਾਹ ਨੇ ਮਨ ਬਦਲ ਲਿਆ ਹੈ। ਦੇਖਤ ਬੋਲਿਓ ਸ਼ਾਹ ਪਰਬੀਨਾ। ਤਾਂ ਉਸ ਮਾਲਾ ਨੂੰ ਉਸ ਸਿਮਰਨ ਨੂੰ ਵੇਖ ਕਰ
ਬਾਦਸ਼ਾਹ ਚਤੁਰ ਜੋ ਬੜਾ ਸਿਆਣਾ ਹੈ, ਉਸ ਨੇ ਆਖਿਆ ਹੈ। ਅਜਬ ਸਿਮਰਨਾ ਜਿਸ ਕਰ ਧਾਰਾ, ਆਪ ਜੀ ਨੇ ਜਿਸ ਮਾਲਾ ਨੂੰ ਆਪਣੇ ਹੱਥ ਤੇ ਧਾਰਨ ਕੀਤਾ ਹੈ। ਨਹਿ ਆਗੈ ਅਸ ਹਮੋ ਨਿਹਾਰਾ, ਸਤਿਗੁਰੂ ਜੀ ਇਹ ਬੜਾ ਹੀ ਅਦਭੁਤ ਸ੍ਰੇਸ਼ਟ ਹੈ, ਅਜਹੀ ਮਾਲਾ ਅਸੀਂ ਪਹਿਲਾਂ ਨਹੀਂ ਵੇਖੀ ਹੈ। ਬਹੁ ਕੀਮਤ ਕੋ ਪਰੈ ਦਿਖਾਈ, ਇਹ ਤਾਂ ਬਹੁਤ ਹੀ ਕੀਮਤੀ ਵਿਖਾਈ ਦਿੰਦੀ ਹੈ। ਦੂਰ ਦੇਸ਼ ਕਿਨ ਦੀਨ ਪਠਾਈ, ਕਿਸੇ ਸ਼ਰਧਾਲੂ ਨੇ, ਸੇਵਕ ਨੇ ਦੁਰਾਡੇ ਦੇਸ਼ ਤੋਂ, ਦੂਰ ਦੇਸ਼ ਤੋਂ ਭੇਜ ਦਿੱਤੀ ਹੋਵੇਗੀ। ਸੁਨ ਗੁਰ ਕਹਿਓ ਭਲੇ ਤੁਮ ਜਾਨਾ, ਸਤਿਗੁਰੂ ਜੀ ਆਖਦੇ ਹਨ ਕਿ ਬਾਦਸ਼ਾਹ ਤੁਸਾਂ ਨੇ ਠੀਕ ਹੀ ਸਮਝਿਆ ਹੈ। ਦੂਰ ਬਲਾਇਤ ਸੇ ਨੇ ਸਿਖ ਆਨਾ, ਇਹ ਮਾਲਾ ਦੂਰ ਦੇਸ਼ ਵਲਾਇਤ ਤੋਂ ਇੱਕ ਸਿੱਖ ਲਿਆਇਆ ਸੀ। ਭਾਉਰ ਦੇ ਤਰ ਅਰਪਿਓ ਆਏ, ਉਸ ਨੇ ਮਨ ਦੇ ਵਿੱਚ ਪ੍ਰੇਮ ਰੱਖ ਕੇ ਆਕਰ ਭੇਟਾ ਕੀਤੀ ਸੀ। ਕਹਿਓ ਰਾਖੀਆ ਹੱਥ ਬਣਾਏ, ਤੇ ਆਕਰ ਆਖਿਆ ਸੀ ਕਿ ਸਤਿਗੁਰੂ ਜੀ ਇਸ ਨੂੰ ਆਪਣੇ ਹੱਥ ਦੇ ਵਿੱਚ ਚੰਗੀ ਤਰ੍ਹਾਂ ਧਾਰਨ ਕਰੋ। ਪੰਤ ਸ਼ਾਹੋ ਅਸਮਣ ਕਾ ਏਕ, ਤਾਂ ਬਾਦਸ਼ਾਹ ਨੇ ਆਖਿਆ ਕਿ ਸਤਿਗੁਰੂ ਜੀ ਇਸ ਮਾਲਾ ਦਾ ਜੋ ਇੱਕ ਮਣਕਾ ਹੈ, ਮੋਕੋ ਦੀਜਾ ਜਲਦ ਬਬੇਕ, ਇਹ ਗਿਆਨ ਦੇ ਸਮੁੰਦਰ ਸਤਿਗੁਰੂ ਜੀ ਇੱਕ ਮਣਕਾ ਮੈਨੂੰ ਦੇ ਦੇਵੋ। ਤਸਬੀ ਉਪਰ ਕਰੋ ਇਮਾਮ, ਮੈਂ ਇਸ ਮਣਕੇ ਨੂੰ ਆਪਣੀ ਤਸਬੀਹ ਆਪਣੀ ਮਾਲਾ ਦੇ ਉੱਪਰ ਜਿਹੜਾ ਮੇਰੂ ਮਣਕਾ ਸਿਰੇ ਵਾਲਾ ਮਣਕਾ ਹੈ ਉਹ ਬਣਾ ਲਵਾਂਗਾ। ਤਰੇ ਰਹਿ ਮਨ ਕੇ ਜੋ ਤਮਾਮ, ਤੇ ਬਾਕੀ ਸਾਰੇ ਦੇ ਸਾਰੇ ਮਣਕੇ ਇਸ ਦੇ ਥੱਲੇ ਰਹਿਣਗੇ। ਬਹੁ ਮੋਲੇ ਮੈਂ ਬੀਨ ਮੰਗਾਏ, ਜਿਹੜੀ ਮੇਰੇ ਕੋਲ ਮਾਲਾ ਬਾਦਸ਼ਾਹ ਆਖਦਾ ਉਸ ਦੇ ਵੀ ਜਿਹੜੇ ਮਣਕੇ ਹਨ ਬੜੇ ਹੀ ਬੇਸ਼ਕੀਮਤੀ ਬਹੁ ਮੁੱਲੇ, ਤੇ ਮੈਂ ਉਹ ਬੜੇ ਹੀ ਚੁਣ ਚੁਣ ਕੇ ਮੰਗਵਾਏ ਹਨ। ਦੂਰ ਦੂਰ ਤੇ ਸੁੰਦਰ ਲਿਆਏ, ਤੇ ਉਹ ਮਣਕੇ ਬੜੇ ਸੁੰਦਰ ਜਿਹੜੇ ਦੂਰ ਦੂਰ ਤੋਂ ਲਿਆਂਦੇ ਹਨ। ਤੁਮ ਤੇ ਮਣਕਾ ਲੇਵੋ ਜੋਏ, ਪਰ ਤੁਹਾਡੇ ਕੋਲੋਂ ਸਤਿਗੁਰੂ ਜੀ ਜੋ ਮੈਂ ਮਣਕਾ ਲਵਾਂਗਾ, ਤਿਸ ਮੈਂ ਗੁਣ ਅਵਲੋਕੋ ਚੋਏ, ਉਸ ਦੇ ਵਿੱਚੋਂ ਮੈਂ ਦੋ ਗੁਣ ਵੇਖਦਾ ਹੋਵਾਂਗਾ। ਜਬ ਹੀਰੋ ਮੈਂ ਨੈਣ ਉਗਾਰੀ, ਜਦੋਂ ਮੈਂ ਸਵੇਰੇ ਅੱਖਾਂ ਖੋਲ ਕਰ ਵੇਖਾਂਗਾ, ਤੁਮੈ ਚਿਤਾਰੋ ਹਿਰਦੇ ਮਝਾਰੀ, ਤਾਂ ਮਾਲਾ ਦਾ ਮੁੱਖ ਮਣਕਾ ਵੇਖ ਕੇ ਸਤਿਗੁਰੂ ਜੀ ਤੁਹਾਨੂੰ ਮਨ ਦੇ ਵਿੱਚ ਯਾਦ ਕਰਾਂਗਾ। ਦੂਜੇ ਤਰਾਸ ਨਹੀਂ ਮੈਂ ਪਾਵਾਂ, ਤੇ ਦੂਸਰਾ ਸਤਿਗੁਰੂ ਜੀ ਮੈਂ ਡਰ ਨਹੀਂ ਪਾਵਾਂਗਾ। ਤੁਮ ਕਰ ਕੋ ਜਬ ਅੰਗ ਲਗਾਵਾਂ, ਜਦੋਂ ਤੁਹਾਡੇ ਹੱਥ ਦਾ ਮਣਕਾ ਆਪਣੇ ਸਰੀਰ ਦੇ ਨਾਲ ਲਗਾਵਾਂਗਾ, ਕਿਉਂਕਿ ਜਦੋਂ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਤਾਂ ਕੌਤਕ ਵਰਤਾਇਆ ਸੀ ਭਾਈ ਜੇਠਾ ਜੀ ਨੇ। ਰਾਤ ਸਮੇਂ ਦੋ ਸ਼ੇਰ ਆ ਕੇ ਡਰਾਉਂਦੇ ਸੀ ਬਾਦਸ਼ਾਹ ਨੂੰ। ਬਾਦਸ਼ਾਹ ਜਦੋਂ ਸਤਿਗੁਰੂ ਜੀ ਦਾ ਜ਼ਿਕਰ ਕਰਦਾ, ਨਾਮ ਉਚਾਰਨ ਕਰਦਾ, ਸਤਿਗੁਰੂ ਜੀ ਨੂੰ ਯਾਦ ਕਰਦਾ ਤਾਂ ਉਹ ਸ਼ੇਰ ਪਿਛਾਂਹ ਹਟ ਜਾਂਦੇ ਸਨ। ਫਿਰ ਜਦੋਂ ਰੁਕ ਜਾਂਦਾ ਸੀ ਨਾਮ ਸਿਮਰਨ ਤੋਂ, ਸ਼ੇਰ ਫੇਰ ਡਰਾਉਂਦੇ ਸੀ ਆਕਰ। ਤੇ ਫਿਰ ਜਦੋਂ ਗੁਰੂ ਹਰਗੋਬਿੰਦ ਜੀ ਦਾ ਜ਼ਿਕਰ ਆਉਂਦਾ ਸੀ ਜ਼ੁਬਾਨ ਤੇ ਸ਼ੇਰ ਪਿਛਾਂਹ ਹਟ ਜਾਂਦੇ ਸਨ। ਸੋ ਡਰ ਆਉਂਦਾ ਰਿਹਾ ਉਸ ਨੂੰ 2 ਰਾਤਾਂ। ਤੇ ਫਿਰ ਆਖਰ ਪਤਾ ਲੱਗਿਆ, ਸਾਈਂ ਮੀਆਂ ਮੀਰ ਨੇ ਦੱਸਿਆ ਸੀ ਕਿ ਡਰ ਦਾ ਕਾਰਨ ਕੀ। ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਫਿਰ ਰਿਹਾਈ ਵਾਸਤੇ ਜਿਹੜੇ ਹੁਕਮ ਸੀ ਭੇਜੇ ਸਨ। ਹੁਣ ਉਹ ਫਿਰ ਡਰ ਅਜੇ ਚੇਤੇ ਹੈ ਬਾਦਸ਼ਾਹ ਨੂੰ ਕਿ ਭਾਈ ਜਦੋਂ ਰਾਤ ਨੂੰ ਕਿਤੇ ਫਿਰ ਮੈਨੂੰ ਡਰ ਆਇਆ ਨਾ ਤਾਂ ਸਤਿਗੁਰੂ ਜੀ ਉਹ ਜਿਹੜਾ ਮਾਲਾ ਦਾ ਮਣਕਾ ਉਸ ਨੂੰ ਵੇਖਾਂਗਾ, ਤੁਹਾਨੂੰ ਯਾਦ ਕਰਾਂਗਾ। ਹੁਣ ਮੈਨੂੰ ਡਰ ਨਹੀਂ ਆਵੇਗਾ, ਕਿਉਂਕਿ ਮਾਲਾ ਦਾ ਮਣਕਾ ਜਿਹੜੀ ਤੁਹਾਡੇ ਸਰੀਰ ਨੂੰ ਸਪਰਸ਼ ਹੋ ਚੁੱਕੀ ਹੈ ਉਸ ਨੂੰ ਮੈਂ ਆਪਣੇ ਸਰੀਰ ਦੇ ਨਾਲ ਲਗਾਵਾਂਗਾ। ਜਿਮ ਰੱਖਿਅਕ ਤੁਮ ਬਨੇ ਹਮਾਰੇ, ਸਤਿਗੁਰੂ ਜੀ ਜਿਵੇਂ ਪਹਿਲਾਂ ਤੁਸੀਂ ਸਾਡੇ ਰੱਖਿਅਕ ਬਣੇ ਹੋ, ਤਿਮ ਕੀਜੈ ਅਬ ਤੇ ਪ੍ਰਤਪਾਰੇ। ਇਹ ਪਾਲਣਹਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸੇ ਹੀ ਪ੍ਰਕਾਰ ਹੁਣ ਵੀ ਕਾਰਜ ਕਰੋ। ਸ਼ਿਰ ਗੁਰ ਕਹਿਓ ਸਿਮਰਨਾ ਸਾਰੋ, ਤਦ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਰਾ ਜੋ ਸਿਮਰਨਾ ਹੈ ਹਮ ਤੇ ਲਿਓ ਆਪਣੇ ਕਰ ਧਾਰੋ, ਸਾਡੇ ਕੋਲ ਲੈ ਲਵੋ ਤੇ ਆਪਣੇ ਹੱਥ ਦੇ ਉੱਪਰ ਧਾਰਨ ਕਰ ਲਵੋ। ਸ਼੍ਰੀ ਨਾਨਕ ਹੈ ਸਦਾ ਸਹਾਏ, ਗੁਰੂ ਨਾਨਕ ਸਾਹਿਬ ਜੀ ਸਦਾ
ਸਦਾ ਹੀ ਮਦਦਗਾਰ ਹਨ। ਨਾਮ ਲਿਏ ਗਨ ਮਿਟੈ ਬਲਾਏ। ਉਹਨਾਂ ਦਾ ਨਾਮ ਲੈਣ ਦੇ ਨਾਲ ਸਾਰੇ ਸੰਕਟ ਮਿਟ ਜਾਂਦੇ ਹਨ। ਸਤਿਗੁਰ ਸ਼ਰਧਾ ਜੇ ਉਰ ਧਰੇ। ਜੇਕਰ ਕੋਈ ਹਿਰਦੇ ਦੇ ਵਿੱਚ ਗੁਰੂ ਜੀ ਪ੍ਰਤੀ ਸ਼ਰਧਾ ਧਾਰਨ ਕਰ ਲਵੇ, ਪੁਨ ਕੋ ਸਕੈ ਤਰਾਸ ਕੋ ਕਰੇ। ਤਾਂ ਫਿਰ ਉਸ ਨੂੰ ਕੋਈ ਵੀ ਕਿਵੇਂ ਵੀ ਡਰਾ ਨਹੀਂ ਸਕਦਾ ਹੈ। ਹਜਰਤ ਹੱਥ ਜੋੜ ਕਰ ਕਹੇ। ਬਾਦਸ਼ਾਹ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ, ਇਹ ਤੋ ਤੁਮੈ ਮੁਬਾਰਕ ਰਹੇ। ਸਤਿਗੁਰੂ ਜੀ ਇਹ ਮਾਲਾ ਤੁਹਾਨੂੰ ਹੀ ਮੁਬਾਰਕ ਰਹੇ। ਹੋਏ ਸਿਮਰਨੇ ਤੇ ਅਧਿਕਾਏ। ਤੁਹਾਡੇ ਸਿਮਰਨੇ ਤੋਂ ਕੋਈ ਵਾਧੂ ਜਿਹੜਾ ਮਣਕਾ ਹੋਵੇ, ਲਿਓ ਸੋ ਤਸਬੀਹ ਬਿਖੈ ਮਿਲਾਏ। ਮੈਂ ਉਸ ਨੂੰ ਆਪਣੀ ਮਾਲਾ ਤਸਬੀਹ ਦੇ ਵਿੱਚ ਮਿਲਾ ਲਵਾਂਗਾ। ਕਿਰਪਾ ਠਾਨ ਖੋਜੋ ਨਿਜ ਕੋਸ਼। ਸਤਿਗੁਰੂ ਜੀ ਤੁਸੀਂ ਕਿਰਪਾ ਧਾਰਨ ਕਰਕੇ ਆਪਣੇ ਖਜ਼ਾਨੇ ਦੇ ਵਿੱਚੋਂ ਲੱਭਣਾ ਕਰੋ। ਨਿਕਸੇ ਤਹਿ ਸੋ ਦੇਹ ਅਦੋਸ਼। ਇਹ ਦੋਸ਼ ਰਹਿਤ ਗੁਰੂ ਜੀ ਉਸ ਵਿੱਚੋਂ ਜੇਕਰ ਕੋਈ ਨਿਕਲ ਆਵੇ ਤਾਂ ਮੈਨੂੰ ਦੇ ਦੇਵੋ। ਨਿਸ਼ਚੇ ਬਨੇ ਲੈ ਜਮੁ ਲੈਨ ਮੁਝ ਮਨ ਕਾ। ਨਿਸ਼ਚੇ ਤੌਰ ਤੇ ਮੇਰੇ ਲਈ ਇਹ ਮਣਕਾ ਲੈਣਾ ਬਣਦਾ ਹੈ। ਸਿਮਰੇ ਭਲਾ ਹੋਏ ਤਨ ਮਨ ਕਾ। ਜਿਸ ਦਾ ਸਿਮਰਨ ਕਰਕੇ ਮੇਰੇ ਮਨ ਅਤੇ ਤਨ ਦਾ ਭਲਾ ਹੋਵੇਗਾ। ਸੁਨ ਸਤਿਗੁਰ ਤਬ ਜ਼ਿਕਰ ਚਲਾਇਓ। ਤਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਣ ਕਰ ਜ਼ਿਕਰ ਚਲਾਇਆ ਹੈ। ਚੰਦ ਦੀਵਾਨ ਜੋ ਤੁਮਹਿ ਵਧਾਇਓ। ਕਿ ਚੰਦੂ ਦੀਵਾਨ ਜਿਸ ਨੂੰ ਤੁਸੀਂ ਬੜਾ ਹੀ ਵਧਾਇਆ ਭਾਵ ਉੱਚਾ ਚੁੱਕਿਆ ਹੈ। ਤਿਸ ਕੇ ਸਦਨ ਪਠੇ ਗੁਰ ਵੱਡੇ। ਉਸ ਦੇ ਘਰ ਵੱਡੇ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਭੇਜੇ ਸਨ। ਤਹ ਤੇ ਨਿਜ ਸਰੀਰ ਕੋ ਛੱਡੇ। ਉੱਥੇ ਹੀ ਗੁਰੂ ਜੀ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਸੀ। ਤਿਨ ਕੇ ਘਰ ਮਹਿ ਸੁੰਦਰ ਮਾਲਾ। ਉਸ ਉਹਨਾਂ ਦੇ ਗਲ ਦੇ ਵਿੱਚ ਬਹੁਤ ਸੁੰਦਰ ਮਾਲਾ ਸੀ। ਇਨ ਤੇ ਕੀਮਤ ਤਾਹੇ ਵਿਸਾਲਾ। ਉਸ ਦੀ ਕੀਮਤ ਇਸ ਮਾਲਾ ਤੋਂ ਵੀ ਬਹੁਤ ਜ਼ਿਆਦਾ ਸੀ। ਸੋ ਚੰਦੂ ਕੇ ਘਰ ਮਹਿ ਰਹੀ। ਉਹ ਜਿਹੜੀ ਮਾਲਾ ਹੈ ਨਾ ਸਤਿਗੁਰੂ ਜੀ ਆਖਦੇ ਕਿ ਉਹ ਚੰਦੂ ਦੇ ਘਰ ਹੀ ਰਹਿ ਗਈ ਸੀ। ਬਾਹਰ ਜਾਹਰ ਕੀਨਸ ਨਹੀਂ। ਉਸ ਨੇ ਬਾਹਰ ਤੁਹਾਨੂੰ ਪ੍ਰਗਟ ਨਹੀਂ ਕੀਤੀ ਹੈ। ਛਲ ਕਰ ਆਏ ਸਪਾਏ ਤਿਹਾਰੀ। ਉਸ ਨੇ ਧੋਖੇ ਦੇ ਨਾਲ ਤੁਹਾਡੀ ਆਗਿਆ ਪ੍ਰਾਪਤ ਕੀਤੀ ਹੈ। ਕਰੀ ਅਜੋਗ ਅਵਗਿਆ ਭਾਰੀ। ਬਹੁਤ ਹੀ ਅਨੁਚਿਤ ਭਾਰੀ ਅਪਰਾਧ ਕੀਤਾ ਹੈ। ਅਬ ਤਿਸ ਤੇ ਮਾਲਾ ਨਿਕਸਾਵੋ। ਹੁਣ ਤੁਸੀਂ ਉਹ ਚੰਦੂ ਤੋਂ ਮਾਲਾ ਕਢਵਾ ਲਵੋ। ਕਿਆ ਦੋ ਮਨ ਕਾ ਏਕ ਅਨਾਵ ਹੋ। ਤੇ ਜਾਂ ਉਸ ਦਾ ਇੱਕ ਮਣਕਾ ਮੰਗਵਾ ਲਵੋ। ਤੁਮ ਟਿਗਨੈ ਸੁਧ ਪਹੁੰਚਨ ਦੀਨ। ਚੰਦੂ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਖਬਰ ਤੁਹਾਡੇ ਕੋਲ ਨਹੀਂ ਪਹੁੰਚਣ ਦਿੱਤੀ ਹੈ। ਅਨੇਕ ਫਰੇਬ ਬਤਾਵਨ ਕੀਨ। ਅਨੇਕਾਂ ਫਰੇਬ ਕਰਕੇ ਹੋਰ ਦੋਸ਼ ਹੀ ਦੱਸਦਾ ਰਹਿਆ ਸੀ। ਸਮਝੋ ਸ਼ਾਹ ਸਕਲ ਭਿਵ ਪਾਏ। ਬਾਦਸ਼ਾਹ ਸਾਰਾ ਭੇਦ ਸਮਝ ਜਾਂਦਾ ਹੈ। ਚੰਦ ਖੁਟਾਈ ਕਹਿਤ ਸੁਨਾਏ। ਕਿ ਚੰਦੂ ਨੇ ਹੀ ਵੱਡੀ ਜਿਹੜੀ ਖੁਟਾਈ ਦੋਸ਼ ਕਹਿ ਕਰ ਦੱਸਿਆ ਸੀ। ਬੜੇ ਗੁਰਨ ਕੀ ਕੀਨ ਤੇ ਸਚਾਰੀ। ਗੁਰੂ ਅਰਜਨ ਸਾਹਿਬ ਜੀ ਵੱਡੇ ਸਤਿਗੁਰੂ ਜੀ ਉਹਨਾਂ ਦੀ ਚੁਗਲੀ ਕੀਤੀ ਸੀ। ਰਾਖੈ ਚੋਰ ਦੇਸ਼ ਮਹਚਾਰੀ। ਆਖਿਆ ਸੀ ਕਿ ਗੁਰੂ ਜੀ ਨੇ ਆਪਣੇ ਕੋਲ ਮਾਝੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਚੋਰ ਰੱਖੇ ਹਨ। ਮੈਂ ਸੁਨ ਕਰੇ ਹਕਾਰਨ ਜਬੈ। ਮੈਂ ਜਹਿਆ ਸੁਣ ਕੇ ਜਦ ਗੁਰੂ ਜੀ ਨੂੰ ਕੋਲ ਬੁਲਾਇਆ ਸੀ। ਆਏ ਦਰਸ ਗੁਰ ਦੀਨਸ ਤਬੈ। ਤਦ ਗੁਰੂ ਅਰਜਨ ਸਾਹਿਬ ਜੀ ਨੇ ਆਕਰ ਦਰਸ਼ਨ ਦਿੱਤੇ ਸਨ। ਸੰਧਿਆ ਭਈ ਗਏ ਨਿਜ ਡੇਰੇ। ਸ਼ਾਮ ਹੋਣ ਤੇ ਗੁਰੂ ਜੀ ਆਪਣੇ ਨਿਵਾਸ ਸਥਾਨ ਤੇ ਚਲੇ ਗਏ ਸਨ। ਪੁਨ ਮੁਕੋ ਸੁਧ ਨਹਿ ਕਿਸ ਬੇਰੇ। ਬਾਦਸ਼ਾਹ ਆਖਦਾ ਫਿਰ ਉਸ ਪਿੱਛੋਂ ਮੈਨੂੰ ਕਿਸੇ ਨੇ ਵੀ ਕੋਈ ਵੀ ਖਬਰ ਨਹੀਂ ਦਿੱਤੀ ਸੀ। ਬਾਦਸ਼ਾਹ ਵੀ ਆਪਣਾ ਬਚਾਅ ਕਰਦਾ ਜਦ ਕਿ ਬਾਦਸ਼ਾਹ ਨੇ ਖੁਦ ਆਪਣੀ ਜੀਵਨੀ ਦੇ ਵਿੱਚ ਲਿਖਣਾ ਕੀਤਾ ਹੈ ਕਿ ਗੋਇੰਦਵਾਲ ਦੇ ਨਜ਼ਦੀਕ ਇੱਕ ਝੂਠ ਦੀ ਦੁਕਾਨ ਖੁੱਲੀ ਹੋਈ ਹੈ। ਗੁਰੂ ਘਰ ਨੂੰ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਸਥਾਨ ਨੂੰ ਉਹ ਝੂਠ ਦੀ ਦੁਕਾਨ ਆਪਣੀ ਕਲਮ ਦੇ ਨਾਲ ਦੱਸਦਾ ਪਿਆ। ਕਵੀ ਜੀ ਦਾ ਲਿਖਣ ਦਾ ਆਪਣਾ ਢੰਗ ਹੈ। ਇੱਥੇ ਸਾਰਾ ਦੋਸ਼ ਚੰਦੂ ਦੇ ਉੱਪਰ ਹੈ। ਦੋਸ਼ ਚੰਦੂ ਦਾ ਹੈ, ਇਸ ਵਿੱਚ ਕੋਈ ਅਤਕਥਨੀ ਨਹੀਂ।
ਪਰ ਕਿਸੇ ਵੀ ਪ੍ਰਕਾਰ ਜਿਹੜਾ ਬਾਦਸ਼ਾਹ ਜਹਾਂਗੀਰ ਉਹ ਦੋਸ਼ਾਂ ਤੋਂ ਮੁਕਤ ਨਹੀਂ। ਸਤਿਗੁਰੂ ਜੀ ਦੇ ਨਾਲ ਇਹ ਹੁਣ ਬਾਦਸ਼ਾਹ ਆਪਸ ਦੇ ਵਿੱਚ ਵਿਚਾਰਾਂ ਕਰਦਾ ਪਿਆ। ਸਤਿਗੁਰੂ ਜੀ ਆਖਦੇ ਹਨ, ਇੱਕ ਮਨ ਕਾ ਛੱਡੋ, ਸਾਰੀ ਜਿਹੜੀ ਮਾਲਾ ਹੈ ਉਹ ਹੀ ਭਾਵੇਂ ਮੰਗਵਾ ਲਿਓ, ਪਰ ਉਹ ਬਾਦਸ਼ਾਹ ਚੰਦੂ ਦੇ ਘਰ ਦੇ ਵਿੱਚ ਹੈ, ਸੱਦੋ ਚੰਦੂ ਨੂੰ ਤੇ ਉਸ ਦੇ ਕੋਲੋਂ ਲੈ ਲਵੋ। ਬਾਦਸ਼ਾਹ ਹੁਣ ਸਤਿਗੁਰੂ ਜੀ ਦਾ ਕਹਿਆ ਮੰਨ ਕਰ ਚੰਦੂ ਨੂੰ ਆਪਣੇ ਕੋਲ ਬੁਲਵਾਵੇਗਾ, ਸੱਚ ਝੂਠ ਦਾ ਨਿਤਾਰਾ ਹੋਵੇਗਾ। ਉਪਰੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਚੰਦੂ ਨੂੰ ਫੜ ਕੇ ਉਸ ਦੇ ਨੱਕ ਦੇ ਵਿੱਚ ਕਿਸ ਪ੍ਰਕਾਰ ਨਕੇਲ ਪਾਉਂਦੇ ਹਨ ਤੇ ਉਹ ਦੋਸ਼ੀ ਨੂੰ ਸਜ਼ਾ ਦਿੰਦੇ ਹਨ। ਸਮੁੱਚਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਜੀ। ਸਮੇਂ ਦੀ ਸੰਪੂਰਨਤਾ ਹੈ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ। ਦੋਹਰਾ ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਕਿਤਕ ਬਰਖ ਬੀਤੇ ਬਹੁਰ, ਅਬ ਹਵੈ ਕੈ ਨਾ ਆਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੈ ਪਾਰ। ਜੋ ਸ਼ਰਧਾ ਕਰ ਸੇਵੰਦ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦ, ਪਾਰ ਉਤਾਰਨ ਹਾਰ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸੰਗਤ ਜੀਓ, ਇੱਕ ਜ਼ਰੂਰੀ ਬੇਨਤੀ ਜੀ। ਬਾਬਾ ਸ਼੍ਰੀ ਚੰਦ ਜੀ ਦਾ ਪਾਵਨ ਜਨਮ ਦਿਹਾੜਾ 24 ਸਤੰਬਰ ਦਿਨ ਐਤਵਾਰ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਪਾਵਨ ਸਥਾਨ ਤੇ ਮਨਾਇਆ ਜਾ ਰਿਹਾ ਹੈ ਜੀ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸੰਗਤ ਦੇ ਸਹਿਯੋਗ ਦੇ ਨਾਲ ਇਸ ਵਾਰ 2 ਦਿਨ ਦੇ ਦੀਵਾਨ ਹੋਵਣਗੇ ਜੀ। 23 ਤਰੀਕ ਰਾਤ ਨੂੰ ਵੀ ਦੀਵਾਨ ਹੋਵੇਗਾ। ਰਹਿਰਾਸ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਸੋਹੀ ਬ੍ਰਦਰ ਜੋ ਹਨ ਉਹ ਪਹੁੰਚਣਗੇ ਉਚੇਚੇ ਤੌਰ ਤੇ। ਆਪਣੇ ਸਮੇਂ ਦੇ ਵਿੱਚ ਕਵੀਸ਼ਰੀ ਵਾਰਾਂ ਦੁਆਰਾ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਨਗੇ। ਉਪਰੰਤ ਜਿਵੇਂ ਹਰ ਸਾਲ ਹੀ ਰਾਤ ਨੂੰ ਸੁਖਮਨੀ ਸਾਹਿਬ ਜੀ ਦਾ ਜਾਪ ਹੁੰਦਾ ਤੇ ਰਾਤ 12 ਵਜੇ ਅਰਦਾਸ ਹੁੰਦੀ ਹੈ ਜੀ, ਉਹ ਕਾਰਜ ਹੋਵੇਗਾ। 24 ਨੂੰ ਦਿਨ ਦੇ ਦੀਵਾਨ ਸੱਜਣਗੇ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸੰਪੂਰਨਤਾ ਤੋਂ ਉਪਰੰਤ ਬੜੇ ਹੀ ਪ੍ਰਸਿੱਧ ਰਾਗੀ ਢਾਡੀ ਜਥੇ ਇਸ ਸਥਾਨ ਤੇ ਪਹੁੰਚ ਰਹੇ, ਜਿਨ੍ਹਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਰਾਗੀ ਸਿੰਘ ਸ਼੍ਰੀ ਗੰਗਾ ਨਗਰ ਵਾਲੇ, ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਵਡਾਲਾ ਢਾਡੀ ਜਥਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਥਾਵਾਚਕ ਗੁਰਦੁਆਰਾ ਪਿਪਲੀ ਸਾਹਿਬ ਜੀ ਤੋਂ ਚੇਚੇ ਤੌਰ ਤੇ ਪਹੁੰਚ ਰਹੇ ਹਨ। ਉਸ ਰੋਜ਼ ਅੰਮ੍ਰਿਤ ਸੰਚਾਰ ਵੀ ਹੋਵੇਗਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਥਾਨ ਤੇ ਖੇਡਾਂ ਆਦਿਕ ਵੀ ਹੋਵਣਗੀਆਂ ਜੀ। ਤੇ ਨਾਲ ਇੱਕ ਹੋਰ ਉਚੇਚਾ ਜਿਹੜਾ ਉਪਰਾਲਾ ਕੀਤਾ ਗਿਆ ਜੀ, ਨਿਹੰਗ ਸਿੰਘ ਜਥੇਬੰਦੀਆਂ ਪਹੁੰਚਣਗੀਆਂ ਤੇ ਨਾਲ ਨਾਲ ਉਹ ਗੱਤਕੇ ਦੇ ਜੋਹਰ ਘੋੜ ਸਵਾਰੀ ਦੇ ਜਿਹੜੇ ਜੋਹਰ ਹਨ ਉਹ ਵੀ ਵਿਖਾਵਣਗੇ। ਰਹਿਰਾਸ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਅਤਿਸ਼ਬਾਜ਼ੀ ਵੀ ਹੋਵੇਗੀ। ਗੁਰੂ ਘਰ ਦੇ ਕੀਰਤਨੀਏ ਸਿੰਘ ਗੁਰਬਾਣੀ ਦੇ ਨਾਲ ਆਪ ਸਭ ਸੰਗਤਾਂ ਨੂੰ ਜੋੜਨਗੇ। ਸੋ ਆਪ ਸਭ ਸੰਗਤਾਂ ਨੇ 23 ਅਤੇ 24 ਨੂੰ ਨਿਰੰਤਰ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।